अंगद दोख निकंदन दोख निकंदन गुर अमरदास हृदय नित ध्यान हृदय नित ध्यान श्री गुरु रामदास गुण गाओ श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह बिसाला तरां तरा पर पुन पुन सीसा जी पुन पुन सीसा बंदों बार बार जगदीसा बंदों बार बार जगदीसा जिसमें अमृत ज्ञान है माणिक भगत वैराग श्री गुरु ग्रंथ साहिब उदद बंदों कर अनुराग श्री गुर शब्द कमाए जिना जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु जी। चौपई एक दिन गुर समीप सुखदाई गुणी पुरख चर्चा सुच लाई। एक दिन गुर समीप सुखदाई गुणी पुरख चर्चा सोच लाई। साचे पातशाहो एक संसार
ਦੇ ਉੱਤਰ ਕੋ ਕਰਹੁ ਬਿਦੁੰਸਾ। ਇੱਕ ਦਿਨ ਗੁਰ ਸਮੀਪ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਅਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਸਰਬੱਤ ਸੰਗਤਾਂ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਗਰੀਬ ਨਿਵਾਜ ਸਤਿਗੁਰੂ, ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਅਨਾਥਾਂ ਨਾਥ ਸਤਿਗੁਰੂ। ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਵਨ ਅਰ ਪਵਿੱਤਰ ਗੋਦ ਦੇ ਵਿੱਚ ਸੱਜ ਕਰਕੇ ਇਹਨਾਂ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਤੋ ਸਾਧ ਸੰਗਤ ਜੀ, ਸਤਿਗੁਰਾਂ ਜੀ ਦੇ ਪਾਵਨ ਅਰ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੈ। ਤੋ ਕਥਾ ਆਰੰਭ ਕਰਨ ਤੋਂ ਪਹਿਲਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੂੰ ਫਤਿਹ ਬੁਲਾਈਏ ਅਰ ਫਤਿਹ ਬੁਲਾ ਕਰਕੇ ਇਹ ਆਸ਼ੀਰਵਾਦ ਪ੍ਰਾਪਤ ਕਰੀਏ। ਸਤਿਗੁਰੂ ਜੀ ਤੋਂ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ, ਮਿਹਰ ਕਰੋ ਮਹਾਰਾਜ, ਦਇਆ ਕਰੋ ਦਾਤਾ ਜੀ। ਜੋ ਵੀ ਆਪ ਜੀਆਂ ਦੇ ਦਰ ਘਰ ਦੇ ਸਿਧਾਂਤ ਨੇ, ਜੋ ਵੀ ਆਪ ਜੀਆਂ ਦੇ ਦਰ ਘਰ ਦੀ ਮਰਿਆਦਾ ਹੈ, ਜੋ ਵੀ ਆਪ ਜੀਆਂ ਦੇ ਦਰ ਘਰ ਦਾ ਉਪਦੇਸ਼ ਹੈ, ਕਿਣਕਾ ਮਾਤਰ ਹੀ ਝੋਲੀ ਪੈ ਜਾਵੇ, ਤਾਂ ਜੋ ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕਰਕੇ ਇਸ ਜੀਵਨ ਨੂੰ ਸਫਲਾ ਕਰ ਸਕੀਏ। ਤੋ ਆਓ ਕਲਗੀਆਂ ਵਾਲੇ, ਬਾਜਾਂ ਵਾਲੇ, ਤਾਜਾਂ ਵਾਲੇ, ਨੀਲੇ ਵਾਲੇ, ਅੰਮ੍ਰਿਤ ਕੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਤੋ ਆਓ ਐਸੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਜਿਹੜੀ ਹੈ, ਸਤਿਗੁਰਾਂ ਨੂੰ ਨਿਮਰਤਾ ਦੇ ਸਹਿਤ ਬੁਲਾਈਏ, ਪ੍ਰੇਮ ਦੇ ਨਾਲ, ਪ੍ਰੀਤ ਦੇ ਨਾਲ, ਸ਼ਰਧਾ ਅਰ ਭਾਵਨਾ ਦੇ ਸਹਿਤ ਸਾਰੇ ਹੀ ਇੱਕ ਵਾਰੀ ਦੋਵੇਂ ਹੱਥ ਜੋੜ ਕਰਕੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਮਹਾਨ ਦਇਆ ਕੀਤੀ ਹੈ, ਜੋ ਆਪ ਆਪਣੇ ਮਾਇਆ ਦੇ ਖਜ਼ਾਨੇ ਦੇ ਵਿੱਚੋਂ ਕਿਣਕਾ ਮਾਤਰ ਸਾਡੀ ਝੋਲੀ ਵਿੱਚ ਵੀ ਪਾਇਆ। ਤੋ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਨੇ ਸਤ ਸੰਗਤ ਦੀਆਂ ਘੜੀਆਂ ਨੂੰ ਬਖਸ਼ ਕਰਕੇ ਸਾਨੂੰ ਵੀ ਨਵਾਜਿਆ ਹੈ। ਸਾਧ ਸੰਗਤ ਜੀ, ਤੋ ਆਓ ਜੋ ਸਤਿਗੁਰਾਂ ਜੀ ਦੀ ਪਾਵਨ ਅਰ ਪਵਿੱਤਰ ਕਥਾ ਹੈ, ਤਿਸ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਸਫਲਾ ਕਰੀਏ। ਸਤਿਗੁਰਾਂ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਚੌਪਈ ਇੱਕ ਦਿਨ ਗੁਰ ਸਮੀਪ ਸੁਖਦਾਈ। ਇਸ ਪ੍ਰਕਾਰ ਸਾਧ ਸੰਗਤ ਜੀ, ਆਪ ਜੀਆਂ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਕਿਵੇਂ ਦੀਨ ਦੁਨੀਆ ਦੇ ਮਾਲਕ, ਇਸ ਕਾਇਨਾਤ ਦੇ ਕਰਤਾ ਧਰਤਾ, ਧੰਨ ਧੰਨ ਸਤਿਗੁਰੂ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਪਾਵਨ ਔਰ ਪਵਿੱਤਰ ਦਰਬਾਰ ਦੇ ਵਿੱਚ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣਾ ਕੀਤਾ ਸੀ। ਜਦੋਂ ਸਾਰੇ ਕਵੀਆਂ ਦੀ ਵਿਚਾਰ ਸੁਣੀ ਹੈ ਨਾ, 52 ਕਵੀ ਸਨ ਮਹਾਰਾਜ ਦੇ, ਦਰਬਾਰੀ ਕਵੀ ਸ਼੍ਰੋਮਣੀ ਸਿੱਖ ਸਨ। ਉਹਨਾਂ ਕਵੀਆਂ ਨੇ ਆਪਸ ਵਿੱਚ ਜੋ ਵਿਚਾਰ ਕੀਤੇ ਨੇ ਨਾ, ਉਹਨਾਂ ਵਿਚਾਰਾਂ ਨੂੰ ਸ਼ਰਵਣ ਕਰਨ ਤੋਂ ਬਾਅਦ ਮਹਾਰਾਜ ਨੇ ਬ੍ਰਹਮ ਦੇ ਗਿਆਨ ਦੀ ਜੋ ਚਰਚਾ ਹੈ, ਜੋ ਬ੍ਰਹਮ ਦੀ ਵਿਚਾਰ ਹੈ, ਉਸ ਦੇ ਬਾਰੇ ਉਪਦੇਸ਼ ਦੇਣਾ ਕੀਤਾ ਸੀ। ਤੋ ਸਾਧ ਸੰਗਤ ਜੀ, ਉਸ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜੇ ਸਾਰਿਆਂ ਤੋਂ ਜ਼ਿਆਦਾ ਜਿਹੜੀ ਸਦਾ ਰਹਿਣੀ ਹੈ, ਸदैव ਕਾਲ ਤੱਕ ਰਹਿਣ ਵਾਲੀ ਵਸਤੂ ਹੈ, ਉਹ ਕੀ ਹੈ? ਉਹ ਹੈ ਆਤਮਾ। ਤੇ ਸਾਰੇ ਪਾਸੇ ਪਸਾਰਾ ਕਾਹਦਾ ਹੈ? ਬ੍ਰਹਮ ਦਾ। ਬ੍ਰਹਮ ਹੀ ਬ੍ਰਹਮ ਪਸਰਿਆ ਹੋਇਆ ਹੈ। ਇਸ ਕਰਕੇ ਸਾਧ ਸੰਗਤ ਜੀ, ਸਾਡੇ ਅੰਦਰ ਜਿਹੜੀ ਮਹਾਰਾਜ ਦੀ ਜੋਤ ਹੈ, ਉਹਦਾ ਨਾਮ ਆਤਮਾ ਹੈ। ਜਿਹੜਾ ਆਪਾਂ ਸਾਰਿਆਂ ਦੇ ਵਿੱਚ ਆਪ ਜਿਵੇਂ ਸਾਰੇ ਬੈਠੇ ਹੋ, ਤੇ ਆਪਾਂ ਕਹਿ ਸਕਦੇ ਹਾਂ ਇਹ ਸਾਰਾ ਬ੍ਰਹਮ ਦਾ ਪਸਾਰਾ ਹੈ, ਕਿਉਂਕਿ ਸਾਰਿਆਂ ਵਿੱਚ ਉਹਦੀ ਜੋਤ ਹੈ। ਤੇ ਜੇ ਜੋਤ ਨਿਕਲ ਗਈ ਤੇ ਕਿਰਿਆ ਕੋਈ ਕਰ ਨਹੀਂ ਸਕਦਾ, ਕੇਵਲ ਮਿੱਟੀ ਰਹਿ ਜਾਣੀ, ਉਹਦੇ ਨਾਲ ਸੰਬੰਧ ਕੋਈ ਨਹੀਂ। ਇਸ ਕਰਕੇ ਮਨੁੱਖ ਦਾ ਅਣਜਾਣਪੁਣਾ ਹੈ ਵੀ ਜਦੋਂ 5 ਤੱਤ ਨਿਕਲ ਜਾਂਦੇ ਨੇ ਨਾ ਵਿੱਚੋਂ, ਮਨੁੱਖ ਦਾ ਇਹ ਭੁਲੇਖਾ ਹੈ, ਅਗਿਆਨਤਾ ਕਰਕੇ ਕਹਿ ਦਿੰਦਾ ਜੀ ਬੰਦਾ ਮਰ ਗਿਆ। ਇਹ ਭੁਲੇਖਾ ਹੈ ਅਸਲ ਵਿੱਚ। ਮਹਾਰਾਜ ਕਹਿੰਦੇ ਕੌਣ ਮੂਆ ਰੇ ਕੌਣ ਮੂਆ, ਕੱਲ ਵੀ ਜ਼ਿਕਰ ਕੀਤਾ ਸੀ। ਬ੍ਰਹਮ ਗਿਆਨੀ ਮਿਲ ਕਰਹੋ ਵਿਚਾਰਾ, ਇਹੋ ਤਾਂ ਚਲਤ ਪਿਆ। ਭਾਈ ਮਰਦਾ ਕੌਣ ਹੈ? ਉਹ ਤਾਂ ਮਿੱਟੀ ਰਹਿ ਜਾਂਦੀ ਹੈ, ਤੇ ਮਿੱਟੀ ਨਾਲ ਸੰਬੰਧ ਕੋਈ ਨਹੀਂ ਹੁੰਦਾ। ਸੰਬੰਧ ਤੇ ਉਦੋਂ ਤੱਕ ਹੈ ਜਦੋਂ ਤੱਕ ਆਤਮਾ ਹੈ। ਆਤਮਾ ਦਾ ਹੀ ਆਤਮਾ ਦੇ ਨਾਲ, ਆਤਮਾ ਪ੍ਰਾਤਮਾ ਇੱਕੋ ਕਰ ਹੈ, ਇਹ ਸੰਬੰਧ ਹੈ ਬਸ। ਇਸ ਦੀ ਬਾਬਤ ਮਹਾਰਾਜ ਨੇ ਜ਼ਿਕਰ ਕੀਤਾ ਸੀ, ਤੇ ਨਾਲ ਦੱਸਿਆ ਸੀ ਭਾਈ ਜੇ ਚਾਹੁੰਦਾ ਨਾ ਆਤਮਾ ਤੱਕ ਪਹੁੰਚਣਾ, ਵਾਸ਼ਨਾਵਾਂ ਨੂੰ ਨਾਸ਼ ਕਰਨਾ ਚਾਹੁੰਦਾ, ਨਿਤ ਅਭਿਆਸ ਕਰ। ਗੁਰਬਾਣੀ ਦੇ ਸ਼ਬਦ ਦਾ ਨਿਤ ਹੀ ਅਭਿਆਸ ਕਰਨਾ ਜਾਂ ਸੁਣਨਾ, ਜੋ ਸਾਨੂੰ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਦੀ ਦਾਤ ਵੇਲੇ 5 ਪਿਆਰੇ ਸਹਿਬਾਨ ਵੀ ਦ੍ਰਿੜ ਕਰਾਉਂਦੇ ਨੇ। ਨਿਤਾ ਪ੍ਰਤੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਠ ਸੁਣਨਾ ਜਾਂ ਕਰਨਾ। ਨਿਤਾ ਪ੍ਰਤੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਜਾਂ ਤਾਂ ਕਰਨੀ ਜਾਂ ਸੁਣਨੀ, ਇਹ ਦ੍ਰਿੜ ਕਰਾਉਂਦੇ। ਇਸੇ ਪ੍ਰਕਾਰ ਮਹਾਰਾਜ ਨੇ ਵੀ ਬਚਨ ਕੀਤਾ, ਕਹਿੰਦੇ ਭਾਈ ਜੇ ਚਾਹੁੰਦਾ ਜਨਮ ਮਰਨ ਕੱਟਿਆ ਜਾਵੇ, 84 ਦੇ ਗੇੜ ਤੋਂ ਨਜਾਕਤ ਚਾਹੁੰਦਾ ਹੈ, ਤੇ ਇਹ ਤਾਂ ਫਿਰ ਕਰਨਾ ਹੀ ਪਵੇਗਾ ਨਾ। ਕਥਾ ਤਾਂ ਕੀਰਤਨ ਤਾਂ ਖੁਰਾਕ ਬਣਾ ਲੈਣੀ ਚਾਹੀਦੀ ਹੈ ਤੈਨੂੰ ਮਨ ਦੀ, ਜੇ ਪਾਰ ਹੋਣਾ ਚਾਹੁੰਦਾ। ਫਿਰ ਆਪਾਂ ਸ਼ਬਦ ਪੜ੍ਹਿਆ ਸੀ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਇਹਦੇ ਵਿੱਚ ਦਾਸ ਨੇ ਜ਼ਿਕਰ ਕੀਤਾ ਸੀ, ਆਪ ਸਾਰਾ ਸ਼ਬਦ ਜਦੋਂ ਵਿਚਾਰ ਕਰੋਗੇ, ਇੱਕ ਕਰਮ ਨਹੀਂ ਬਹੁਤ ਕਰਮ, ਬਹੁ ਪ੍ਰਕਾਰ ਦੇ ਕਰਮ ਤੁਹਾਨੂੰ ਪਤਾ ਲੱਗ ਜਾਣ ਕਿ ਕਰਨ ਤੋਂ ਬਾਅਦਾ ਵੀ ਸਤ ਸੰਗਤ ਮਹਾਨ ਹੈ। ਅੰਤ ਵਿੱਚ ਬਚਨ ਸੀ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸਤ ਸੰਗਤ ਦੀ ਬਾਬਤ, ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਇਹ ਅੰਤਲੇ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਗੁਰਬਾਣੀ ਦੇ ਬਚਨ ਸਨ ਕਿ ਸਤ ਸੰਗਤ ਦੀ ਦਾਤ ਜਿਹੜੀ ਪੂਰਬਲੇ ਭਾਗਾਂ ਨਾਲ ਮਿਲਦੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਇਸ ਪ੍ਰਕਾਰ ਸਤ ਸੰਗਤ ਦੀ ਵੀ ਮਹਾਰਾਜ ਨੇ ਮਹਾਨਤਾ ਬਿਆਨ ਕੀਤੀ ਸੀ। ਉਸ ਤੋਂ ਬਾਅਦ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਸੀ, ਕਹਿੰਦੇ ਜਿਵੇਂ ਮੰਨ ਲਓ ਕਿ
ਵਿਆਹ ਵਾਸਤੇ ਨਾ ਪਤੀ ਪਤਨੀ ਦਾ ਆਪਸ ਵਿੱਚ ਮੇਲ ਹੋਣਾ ਹੈ। ਤੇ ਕੀ ਹੋਇਆ ਹੈ, ਕਹਿੰਦੇ ਪਤਨੀ ਨੂੰ, ਜਿਹੜੀ ਇਸਤਰੀ, ਉਹਨੂੰ ਬੜਾ ਚਾਅ ਹੋਇਆ ਕਿ ਮੇਰਾ ਜਿਹੜਾ ਘਰ ਹੈ, ਜਿਵੇਂ ਪੇਕੇ ਘਰ ਤੋਂ ਸਹੁਰੇ ਘਰ ਵਾਸ ਹੋਣ ਲੱਗਾ, ਬੜਾ ਚਾਅ ਹੁੰਦਾ ਨਾ ਮਨ ਵਿੱਚ ਕਿ ਮੈਨੂੰ ਮੇਰਾ ਸੁਆਮੀ ਮਿਲੇਗਾ, ਪਤੀ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋਵੇਗੀ, ਮੇਰਾ ਕੰਤ ਮੈਨੂੰ ਮਿਲ ਜਾਵੇਗਾ। ਚਾਅ ਦੇ ਵਿੱਚ ਹੁੰਦੀ ਇਸਤਰੀ। ਕਹਿੰਦੇ ਚਾਅ ਤੇ ਬੜਾ ਹੈ। ਬਰਾਤ ਵੀ ਚੜ੍ਹ ਕੇ ਆ ਗਈ ਹੈ, ਪਰ ਵੱਡਾ ਕਾਰਨ ਬਣਿਆ ਲਾੜਾ ਨਹੀਂ ਆਇਆ। ਲਾੜੇ ਬਿਨ ਬਰਾਤ ਕਾਹਦੀ ਹੈ। ਕਹਿੰਦੇ ਲਾੜਾ ਚੱਲ ਕੇ ਆਇਆ ਨਹੀਂ। ਇਹ ਮਹਾਰਾਜ ਉਦਾਹਰਣ ਦਿੱਤੀ ਸਿੱਖਾਂ ਨੂੰ ਕਿ ਸਿੱਖੋ, ਇਉਂ ਜਾਣੋ ਜਿਵੇਂ ਬਰਾਤ ਆ ਗਈ ਹੈ, ਇਸਤਰੀ ਬੜੀ ਖੁਸ਼ ਹੈ, ਰਿਸ਼ਤੇਦਾਰ ਵੀ ਦੋਵੇਂ ਤਰਫੇ ਆ ਗਏ ਨੇ, ਪੇਕੇ ਵਾਲਿਆਂ ਨੇ ਵੀ ਸੱਦ ਲਏ, ਸਹੁਰੇ ਵਾਲਿਆਂ ਨੇ ਵੀ, ਬੜਾ ਮੇਲ, ਨਾਨਕਾ ਚੱਕ ਬੜਾ ਇਕੱਠਾ ਹੋ ਗਿਆ, ਦਾਦਕਾ ਮੇਲ, ਸਾਰੇ ਇਕੱਠੇ ਨੇ। ਇਸ ਪ੍ਰਕਾਰ ਕਹਿੰਦੇ ਕੀ ਹੋ ਗਿਆ, ਕਹਿੰਦੇ ਰਿਸ਼ਤੇਦਾਰ ਵੀ ਸੱਦ ਲਏ, ਸਾਖ ਸੰਬੰਧੀ ਮਿੱਤਰ ਵੀ ਸੱਦ ਲਏ, ਜਨੇਤ ਮੰਗਾਈ ਤੇ ਬਰਾਤ ਸੱਦ ਲਈ। ਕਹਿੰਦੇ ਫਿਰ ਕੀ ਹੁੰਦਾ, ਜਦੋਂ ਵਿਆਹ ਹੁੰਦਾ ਨਾ, ਉਸ ਤੋਂ ਪਹਿਲਾਂ ਆਪੋ ਆਪਣੀ ਮਰਿਆਦਾ ਅਨੁਸਾਰ, ਜਿਵੇਂ ਸਾਡੀ ਮਰਿਆਦਾ ਹੈ, ਸਤਿਗੁਰਾਂ ਦਾ ਓਟ ਆਸਰਾ ਤੱਕਣਾ ਸਿੱਖ ਨੇ, ਸ਼ਰਧਾ ਭਾਵਨਾ ਅਨੁਸਾਰ ਜਾਂ ਤਾਂ ਸ਼੍ਰੀ ਅਖੰਡ ਪਾਠ ਸਾਹਿਬ ਦਾ ਜਾਪ ਕਰਵਾਉਣਾ, ਜਾਂ ਸ਼੍ਰੀ ਸਹਿਜ ਪਾਠ ਆਰੰਭ ਕਰਵਾਉਣਾ, ਜਾਂ ਫਿਰ ਕਈ ਕੇਵਲ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਹੀ ਜਾਪ ਕਰਵਾਉਂਦੇ। ਹੁੰਦਾ ਹੈ ਨਾ ਆਪਣੇ ਘਰਾਂ ਵਿੱਚ ਜਦੋਂ ਵਿਆਹ ਹੁੰਦਾ। ਕਹਿੰਦੇ ਸਾਰਾ ਕੁਝ ਕਰ ਲਿਆ, ਫਿਰ ਰਾਤ ਨੂੰ ਇਸਤਰੀਆਂ ਨੇ ਇਕੱਠੇ ਹੋ ਕੇ ਗਾਉਣ ਵੀ ਗਾ ਲਏ, ਗੀਤ ਵੀ ਗਾਏ ਖੁਸ਼ੀ ਵਿੱਚ ਕਿ ਇਸ ਨੂੰ ਇਸ ਦੇ ਪਤੀ ਦੀ ਪ੍ਰਾਪਤੀ ਹੋਣ ਲੱਗੀ, ਭਾਈ ਵਿਆਹ ਹੋਣ ਲੱਗਾ। ਅਸਲ ਵਿੱਚ ਇਹ ਸਾਡੇ ਗੁਰਮਤਿ ਦੀ ਰਹੁ ਰੀਤ ਵਿੱਚ ਸਾਡਾ ਜੀਵ ਰੂਪ ਇਸਤਰੀਆਂ ਦਾ ਪਤੀ ਪਰਮੇਸ਼ਰ ਨਾਲ ਵਿਆਹ ਦਾ ਮਹਾਰਾਜ ਨੇ ਜ਼ਿਕਰ ਕੀਤਾ। ਅਸੀਂ ਸਾਰੀਆਂ ਜੀਵ ਰੂਪ ਇਸਤਰੀਆਂ ਹਾਂ। ਸਾਡਾ ਸ਼ਾਹ ਕੰਤ ਪਤੀ ਕੌਣ ਹੈ? ਸਾਡੇ ਅਕਾਲ ਪੁਰਖ ਵਾਹਿਗੁਰੂ ਜੀ। ਉਹ ਜ਼ਿਕਰ ਕੀਤਾ। ਕਹਿੰਦੇ ਇਉਂ ਜਾਣੋ ਕਿ ਉਹਨਾਂ ਨੇ ਬਰਾਤ ਵੀ ਲੈ ਆਂਦੀ, ਸਾਖ ਸੰਬੰਧੀ ਵੀ ਸੱਦ ਲਏ, ਸਵੇਰੇ ਆਪਣਾ ਪੂਜਨ ਵੀ ਕਰ ਲਿਆ, ਰਾਤ ਨੂੰ ਗੀਤ ਵੀ ਗਾ ਲਏ, ਤੇ ਜਿੱਦਣ ਕਹਿੰਦੇ ਜਾਣ ਦਾ ਸਮਾਂ ਆਇਆ, ਇਸਤਰੀ ਨੇ ਨਾਲ ਜਾਣਾ ਸੀ। ਜਾਣਾ ਕਿਹਦੇ ਸੀ? ਪਤੀ ਦੇ, ਤੇ ਪਤੀ ਆਇਆ ਹੀ ਕੋਈ ਨਹੀਂ, ਤੇ ਫਿਰ ਕਾਹਦਾ ਵਿਆਹ ਹੋਇਆ? ਇਸੇ ਪ੍ਰਕਾਰ ਕਹਿੰਦੇ ਆ ਜਿਹੜੇ ਸਾਧਨ ਕੀਤੇ ਨਾ ਮਨੁੱਖ ਨੇ, ਜਿਹੜੇ ਆਪਾਂ ਕੱਲ ਸਰਵਣ ਕੀਤੇ ਸੀ, ਸਮ ਦਮ ਬ੍ਰਹਮਚਰਜ ਜੋਗ ਜਗ ਤਪ ਦਾਨ, ਕਿੰਨਾ ਕੁਝ ਕੀਤਾ, ਪਰ ਕਹਿੰਦੇ ਜਦੋਂ ਆਤਮਾ ਦੀ ਪ੍ਰਾਪਤੀ ਹੋਈ ਨਾ ਹੋਈ। ਪਤਾ ਹੈ ਨਾ ਤੁਹਾਨੂੰ ਕਿੰਨਾ ਕੁਝ ਲੋਕ ਕਰਦੇ ਨੇ, ਕਈ ਤੇ ਭਸਮ ਮਲਦੇ ਫਿਰਦੇ ਨੇ, ਰਿਸ਼ੀ ਮੁਨੀ ਤਪ ਸਾਧਦੇ ਨੇ, ਸਰਦੀਆਂ ਦੇ ਵਿੱਚ ਠੰਡਾ ਜਲ ਉੱਤੇ ਪਾ ਲੈਣਾ, ਗਰਮੀਆਂ ਵਿੱਚ ਧੂਣੀਆਂ ਤਾਪਣੀਆਂ, ਇਉਂ ਬੜੇ ਕਰਮ ਨੇ। ਜੋਗ ਸਾਧਨ ਕਰਨੇ, ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਉਣਾ, ਬ੍ਰਹਮਚਰਜ ਧਾਰਨਾ। ਮਹਾਰਾਜ ਕਹਿੰਦੇ ਸਾਰਾ ਕੁਝ ਠੀਕ ਹੈ ਭਾਈ, ਪਰ ਇਉਂ ਜਾਣੋ ਲਾਭ ਕੋਈ ਨਹੀਂ, ਫਾਇਦਾ ਕੋਈ ਨਹੀਂ ਹੋਵੇਗਾ। ਕਿ ਸਤ ਸੰਗਤ ਮਹਾਨ ਹੈ। ਆਪਾਂ ਪੜ੍ਹਦੇ ਹਾਂ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਇਉਂ ਜਾਣੋ ਸਾਰੇ ਕਰਮ ਜਿਵੇਂ ਵਿਆਹ ਹੋਣਾ ਸੀ, ਸਾਰੇ ਕਰਮ ਇਉਂ ਜਾਣੋ ਜਿਵੇਂ ਆ ਸਾਧਨ ਵਰਤੇ, ਇਉਂ ਸਾਰਾ ਕੁਝ ਵਰਤਿਆ। ਬਰਾਤ ਵੀ ਆ ਗਈ, ਬਾਜੇ ਵੀ ਵਜਾਲੇ, ਗੀਤ ਵੀ ਗਾਲੇ, ਪੂਜਨ ਵੀ ਕਰ ਲਿਆ, ਪਰ ਲਾੜਾ ਆਇਆ ਨਹੀਂ, ਭਾਵ ਕਿ ਆਤਮਾ ਦੀ ਪ੍ਰਾਪਤੀ ਫਿਰ ਨਹੀਂ ਹੋਈ। ਇਹ ਸਾਰੇ ਸਾਧਨ ਕਰਕੇ ਵੇਖ ਲਏ, ਅੰਤ ਨੂੰ ਮਨੁੱਖ ਫਿਰ ਖੱਚਤ ਹੁੰਦਾ ਫਿਰਦਾ ਹੈ। ਕਹਿੰਦੇ ਇਸ ਕਰਕੇ ਸਭ ਤੋਂ ਵੱਧ ਜੇ ਮਹਾਨਤਾ ਮਹਾਰਾਜ ਨੇ ਆਖਿਆ ਸਤ ਸੰਗਤ ਵਿੱਚ ਆਇਆ ਕਰੋ, ਸਤ ਸੰਗਤ ਵਿੱਚ ਆ ਕਰਕੇ ਹੀ ਭਲਾ ਹੋਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਥੇ ਆ ਕੇ ਹੀ ਭਲਾ ਹੋਣਾ। ਇਸ ਕਰਕੇ ਮਹਾਰਾਜ ਨੇ ਮਹਾਨਤਾ ਦੱਸੀ। ਫਿਰ ਆਖਿਆ ਵੀ ਜਿਹੜਾ ਇਹ ਕਰਮ ਕਰਦਾ ਉਹਦਾ ਜਨਮ ਧਨ, ਉਹਦੀ ਕੁੱਲ ਧਨ ਭਲੀ ਹੈ, ਉਹਦਾ ਭਲਾ, ਉਹਦਾ ਜਨਮ ਭਲੀ, ਉਹਦੀ ਕੁੱਲ ਭਲਾ ਨਗਰ ਹੈ, ਨਗਰ ਵੀ ਭਲਾ, ਉਹਦਾ ਇਲਾਕਾ ਵੀ ਧਨਤਾ ਦੇ ਯੋਗ। ਜਾਂ ਇਉਂ ਕਹਿ ਲਓ ਅੰਦਰਲਾ ਹਿਰਦੇ ਰੂਪੀ ਘਰ ਦਾ ਇਲਾਕਾ ਧਨਤਾ ਯੋਗ ਹੈ। ਇਸ ਪ੍ਰਕਾਰ ਕਿ ਉਹ ਸਾਰਾ ਹੀ ਜਿਹੜਾ ਕਰਨਾ ਹੈ ਨਾ ਕਰਮ ਕਾਂਡ ਸਾਰੇ ਕਰਨੇ, ਉਹ ਵਿਅਰਥ ਚਲੇ ਜਾਂਦੇ ਜਦੋਂ ਸਤ ਸੰਗਤ ਨਹੀਂ ਕਰਦਾ। ਜਿਹੜਾ ਸਤ ਸੰਗਤ ਕਰਦਾ ਹੈ ਉਹ ਮਹਾਨ ਹੈ। ਕਹਿੰਦੇ ਗਿਆਨੀਆਂ ਧਿਆਨੀਆਂ ਨਾਲੋਂ ਵੀ ਸਤ ਸੰਗਤ ਵਿੱਚ ਬੈਠਣ ਵਾਲਾ ਮਹਾਨ ਹੈ। ਸਾਡੇ ਵਰਗਿਆਂ ਦਾ ਵੀ ਭਲਾ ਹੁੰਦਾ ਜਦੋਂ ਆਪ ਆ ਕਰਕੇ ਸੁਣਦੇ ਹੋ, ਸਰਵਣ ਕਰਦੇ ਹੋ। ਇਸ ਪ੍ਰਕਾਰ ਕਿਉਂਕਿ ਸਾਡੇ ਵਰਗਿਆਂ ਨੇ ਬੋਲ ਬੋਲ ਕੇ ਗਾਂਹ ਚਲੇ ਜਾਣਾ, ਆਪ ਕਮਾਉਣਾ ਨਹੀਂ। ਇਹ ਸਾਡੇ ਵਰਗਿਆਂ ਦਾ ਹਾਲ ਹੈ। ਪਰ ਤੁਸੀਂ
ਕੁਝ ਨਾ ਕੁਝ ਮਹਾਰਾਜ ਦੇ ਬਚਨ ਸਰਵਣ ਕਰਕੇ ਪ੍ਰਾਪਤ ਕਰ ਜਾਣਾ, ਸਿੱਖ ਲੈਣਾ। ਇਸ ਕਰਕੇ ਮਹਾਰਾਜ ਨੇ ਆਖਿਆ ਭਾਈ ਸਿੱਖ ਵੱਡਾ ਜਿਹੜਾ ਬਹਿ ਕੇ ਲਾਹਾ ਪ੍ਰਾਪਤ ਕਰ ਜਾਂਦਾ। ਇਸ ਕਰਕੇ ਸਤ ਸੰਗਤ ਦੀ ਮਹਾਨਤਾ ਸਭ ਤੋਂ ਵੱਧ ਹੈ। ਇਉਂ ਚਰਚਾ ਜਿਹੜੀ ਹੁੰਦੀ ਰਹਿੰਦੀ ਸੀ। ਹੁਣ ਅੱਜ ਫੇਰ ਮਹਾਰਾਜ ਦਾ ਦਰਬਾਰ ਜਿਵੇਂ ਰੋਜ਼ ਸਜਦਾ ਹੈ, ਅੱਜ ਵੀ ਸਜਿਆ ਹੈ। ਤੋ ਹੁਣ ਇੱਕ ਸਿੱਖ ਨੇ ਸਵਾਲ ਕੀਤਾ, ਗੁਣੀ ਗਿਆਨੀ ਆਪਸ ਵਿੱਚ ਰਲੇ ਨੇ, ਫਿਰ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ, ਅੱਜ ਫਿਰ ਚਰਚਾ ਹੋਣ ਲੱਗੀ ਹੈ। ਤੋ ਕੀ ਵਿਚਾਰ ਹੁੰਦੀ ਹੈ, ਕਿਹੋ ਜੀ ਚਰਚਾ ਹੁੰਦੀ ਆ, ਉਹ ਧਿਆਨ ਦੇ ਕਰਕੇ ਸਰਵਣ ਕਰਨਾ ਕਰੋ ਜੀ। ਵਾਹਿਗੁਰੂ ਜੀ ਚੌਪਈ। ਇੱਕ ਦਿਨ ਗੁਰ ਸਮੀਪ ਸੁਖਦਾਈ। ਇਸ ਪ੍ਰਕਾਰ ਕਹਿੰਦੇ ਇੱਕ ਦਿਨ ਸਤਿਗੁਰਾਂ ਦੇ ਨੇੜੇ ਸੁਖਦਾਈ ਭਾਵ ਸੁੱਖਾਂ ਨੂੰ ਦੇਣ ਵਾਲੇ ਦਾਤੇ, ਐਸੇ ਦਇਆ ਦੇ ਨਿਧ ਹਜੂਰ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਨੇੜੇ। ਗੁਣੀ ਪੁਰਖ ਚਰਚਾ ਸੋਚ ਲਾਈ। ਗੁਣੀ ਪੁਰਖ ਭਾਵ ਗਿਆਨੀ ਇਕੱਤਰ ਹੋਏ ਨੇ, ਉਹਨਾਂ ਨੇ ਇੱਕ ਆਪਸ ਵਿੱਚ ਬੜੀ ਸ੍ਰੇਸ਼ਟ ਚਰਚਾ ਚਲਾਈ, ਭਾਵ ਕੀਤੀ ਹੈ। ਸਾਚੇ ਪਾਤਸ਼ਾਹ ਇੱਕ ਸੰਸਾਰ। ਆਪਸ ਵਿੱਚ ਜਦੋਂ ਵਿਚਾਰ ਕਰਦੇ ਨੇ, ਉਸ ਤੋਂ ਬਾਅਦ ਮਹਾਰਾਜ ਦੇ ਤਾਈਂ ਆਖਿਆ, ਐ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ, ਸਾਡੀ ਬੇਨਤੀ ਹੈ, ਸਾਡੀ ਜੋਦੜੀ ਮਹਾਰਾਜ, ਸਾਡੀ ਅਰਦਾਸ ਬੇਨਤੀ ਹੈ, ਆਪ ਪ੍ਰਵਾਨ ਕਰੋ। ਸਾਡੇ ਮਨ ਵਿੱਚ ਇੱਕ ਸੰਸਾ ਭਾਵ ਸ਼ੰਕਾ ਹੈ, ਤੇ ਉੱਤਰ ਕੋ ਕਰਹੁ ਵਿਦੁੰਸਾ। ਆਪ ਕਿਰਪਾ ਕਰੋ, ਸਾਡਾ ਜਿਹੜਾ ਪ੍ਰਸ਼ਨ ਹੈ ਨਾ, ਉਸ ਦਾ ਉੱਤਰ ਦੇ ਕਰਕੇ ਇਸ ਸ਼ੰਕ ਨੂੰ, ਸ਼ੱਕ ਨੂੰ, ਸ਼ੰਕੇ ਨੂੰ ਨਿਰਵਿਰਤ ਕਰ ਦੇਵੋ, ਬੇਧੁੰਸਾ ਨਾਸ਼ ਕਰ ਦੇਵੋ। ਇੱਕ ਨਰ ਮੂਰਤ ਭਲੋ ਬਨਾਏ। ਮਹਾਰਾਜ ਇੱਕ ਮਨੁੱਖ ਹੈ, ਹੁਣ ਇੱਥੇ ਸਿੱਖਿਆ ਦੇਣ ਲੱਗੇ ਨੇ ਬਹੁਤ ਸੁੰਦਰ। ਕਹਿੰਦੇ ਮਹਾਰਾਜ ਮੰਨ ਲਓ ਵੀ ਇੱਕ ਮਨੁੱਖ ਹੈ, ਉਹਨੇ ਨਾ ਮੂਰਤੀ ਬਣਾ ਦਿੱਤੀ ਹੈ। ਤੇ ਮੂਰਤੀ ਕਾਹਦੀ ਬਣਾਈ ਹੈ? ਦੇਵਤੇ ਦੀ ਕਹਿ ਲਓ ਜਾਂ ਕਿਸੇ ਦੇਵੀ ਦੀ। ਇਸ ਪ੍ਰਕਾਰ ਕਹਿੰਦੇ ਉਹਨੇ ਇੱਕ ਪੱਥਰ ਦੀ ਮੂਰਤੀ ਬਣਾ ਦਿੱਤੀ ਹੈ। ਨਿਕੇ ਚਿਤ ਲਾਏ। ਮਹਾਰਾਜ ਉਹ ਬੜੇ ਪ੍ਰੇਮ ਦੇ ਨਾਲ, ਬੜੇ ਆਪਣੇ ਆਪ ਦੇ ਮਨ ਵਿੱਚ ਚਾਅ ਉਤਸ਼ਾਹ ਦੇ ਨਾਲ, ਨੀਕੇ ਚੰਗੇ ਤਰੀਕੇ ਦੇ ਨਾਲ ਚਿਤ ਲਾ ਕੇ ਉਹ ਮੂਰਤੀ ਦਾ ਪੂਜਨ ਕਰਦਾ ਹੈ। ਇੱਕ ਧਿਆਵਤ ਹੈ ਮੁਖ ਮਨ ਮਾਹੀ। ਕਹਿੰਦੇ ਇੱਕ ਫਿਰ ਮਹਾਰਾਜ ਇੱਕ ਪਾਸੇ ਤਾਂ ਇਹ ਹੈ ਜਿਹਨੇ ਮੂਰਤੀ ਬਣਾ ਲਈ ਹੈ, ਪੱਥਰ ਦੀ ਮੂਰਤੀ ਬਣਾ ਕੇ ਉਹਨੂੰ ਪੂਜਣਾ ਸ਼ੁਰੂ ਕਰਦਾ ਹੈ। ਇੱਕ ਉਹ ਨੇ ਜਿਹੜੇ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ, ਕਹੋ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇ। ਤੇ ਅੱਗੇ ਬਚਣਾ, ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇਈ ਕੇ। ਉਹ ਵਿਰਲੇ ਵਿਰਲੇ ਹੁੰਦੇ ਨੇ ਇਹੋ ਜਿਹੇ। ਕਹਿੰਦੇ ਇੱਕ ਇਹੋ ਜਿਹੇ ਨੇ ਮਹਾਰਾਜ ਵਿਰਲੇ, ਜਿਹੜੇ ਮਨ ਕਰਕੇ ਸਦਾ ਹੀ ਉਹਨੂੰ ਅੰਗ ਸੰਗ ਰੱਖਦੇ, ਧਿਆਉਂਦੇ ਰਹਿੰਦੇ ਹਨ। ਤੋਐ ਮਹਿ ਭਲੋ ਕੌਣ ਕੋ ਨਾਹੀ। ਹੁਣ ਸਾਡਾ ਸ਼ੰਕਾ ਨਿਰਵਿਰਤ ਕਰੋ ਵੀ ਇਹ ਦੋਨਾਂ ਵਿੱਚੋਂ ਭਲਾ ਕਿਹੜਾ ਹੈ, ਕਿਹੜਾ ਚੰਗਾ ਹੈ। ਸੁਨ ਬੋਲੇ ਤਬ ਸਾਹਿਬ ਸਾਚੇ। ਕਿਹੜਾ ਚੰਗਾ ਹੈ ਤੇ ਕਿਹੜਾ ਨਹੀਂ ਚੰਗਾ, ਇਹ ਸੁਣ ਕਰਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੇ ਆਪਣੇ ਪਾਵਨ ਅਰ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰ ਦਿੱਤਾ। ਪ੍ਰੇਮ ਬਿਨਾ ਲਖੀਅਤ ਹੈ ਕਾਚੇ। ਕਹਿੰਦੇ ਭਾਈ ਆਓ ਜਾਣੋ, ਪ੍ਰੇਮ ਤੋਂ ਬਿਨਾ ਉਹ ਜਿਹੜਾ ਮੂਰਤੀ ਪੂਜਣ ਵਾਲਾ ਹੈ ਨਾ, ਉਸ ਨੂੰ ਕੱਚਾ ਹੀ ਜਾਣ ਲੈਣਾ ਕਰੋ। ਮਨ ਕਾ ਚੌਕਾ ਸਤ ਕਾ ਪਾਈ। ਚੌਂਕਾ ਸਮਝਦੇ ਹੋ ਸਾਧ ਸੰਗਤ ਜੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਚੌਂਕਾ ਹੈ ਜੀ ਇਹ ਸਾਡਾ। ਕਹਿੰਦੇ ਮਨ ਰੂਪ ਚੌਂਕਾ ਹੋਵੇ, ਮਨ ਰੂਪ ਚੌਂਕਾ। ਘਰ ਵਾਲੇ ਚੌਂਕੇ ਵਿੱਚ ਤਾਂ ਭਾਂਡੇ ਆਦਿਕ ਪਏ ਹੁੰਦੇ ਨੇ ਨਾ, ਰਸੋਈ ਆਦਿਕ ਦਾ ਸਮਾਨ। ਇੱਥੇ ਕਹਿੰਦੇ ਮਨ ਦਾ ਚੌਂਕਾ ਹੋਵੇ, ਉਹਦੇ ਵਿੱਚ ਸ਼ਰਧਾ ਭਾਵਨਾ ਰੂਪੀ ਭਾਂਡੇ ਰੱਖਣੇ ਨੇ। ਸ਼ਰਧਾ ਭਾਵਨਾ ਰੂਪੀ, ਪ੍ਰੇਮ ਰੂਪੀ, ਪ੍ਰੀਤ ਰੂਪੀ ਸਤ ਕਾ ਭਾਏ, ਤੇ ਸਤ ਨਾਲ ਪ੍ਰੇਮ ਕਰਨ ਵਾਲਾ ਚੌਂਕਾ ਰੱਖਣਾ ਹੈ। ਮੂਰਤ ਨਕਲੀ ਅਸਲੀ ਨਾਈ। ਕਹਿੰਦੇ ਇਉਂ ਜਾਣੋ ਕਿ ਉਹ ਮੂਰਤੀਆਂ ਦੀ ਘਾੜਤ ਘੜ ਕੇ ਪੂਜਣ ਵਾਲਾ ਨਕਲੀ ਹੈ, ਵਿਅਰਥ ਹੈ, ਅਸਲੀ ਨਾਏ।
असली नहीं है। करने कर्म पूर्व प्रतीत। ਕਹਿੰਦੇ ਪਹਿਲਾਂ ਸ੍ਰੇਸ਼ਟ ਕਰਮ ਕਰੇ, ਉਸ ਤੋਂ ਬਾਅਦ ਆ ਫਿਰ ਮਹਾਰਾਜ ਤੇ ਭਰੋਸਾ ਰੱਖ ਲਵੇ। ਚੰਗੇ ਕਰਮ ਕਰੇ ਤੇ ਗੁਰੂ ਸਾਹਿਬ ਤੇ ਪ੍ਰਤੀਤੀ ਭਾਵ ਦ੍ਰਿੜ ਵਿਸ਼ਵਾਸ ਕਰ ਲਵੇ। ਧਿਆਨ ਧਰਤ ਧਿਆਨ ਜਮ ਕੀ ਹੱਥ ਭੀਤ। ਕਹਿੰਦੇ ਧਿਆਨ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਧਰੇ, ਮੂਰਤੀ ਦਾ ਨਹੀਂ। ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਖੰਡਨ ਕੀਤਾ ਹੈ ਮੂਰਤੀ ਪੂਜਾ ਦਾ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਸਿੱਖਾਂ ਤਾਈਂ ਦੁਹਰਾ ਰਹੇ ਨੇ। ਕਹਿੰਦੇ ਜੇ ਧਿਆਨ ਧਰਨਾ ਹੈ ਨਾ ਸਿੱਖੋ, ਧਿਆਨ ਧਰੋ ਤਹਿ ਕੋ ਮਨ ਮੈਂ, ਜਹ ਕੋ ਅਮਿਤੋਜ ਸਭੈ ਜਗ ਛਾਇਓ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਨਾ ਕਰੋ, ਜਿਸ ਦੇ ਨਾਲ ਜਮ ਕੀ ਹੱਤ, ਜਮਾਂ ਦਾ ਡਰ, ਹੱਤ ਭਾਵ ਨਾਸ਼ ਹੁੰਦਾ ਹੈ। ਪ੍ਰਭ ਕੋ ਸਿਮਰਨ ਹੈ ਸੁਖ ਸਾਰ। ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਸਾਰਿਆਂ ਤੋਂ ਮਹਾਨ ਹੈ, ਸਾਰ ਹੈ। ਕਿਆ ਮੂਰਤ ਮਹਿ ਲਖੋ ਅਸਾਰ। ਮਹਾਰਾਜ ਕਹਿੰਦੇ ਭਾਈ ਮੂਰਤੀਆਂ 'ਚ ਕੀ ਰੱਖਿਆ ਬਈ, ਲਖੋ ਅਸਾਰ। ਇਹ ਝੂਠਾ ਜਾਣ ਲੈਣਾ ਕਰੋ। ਸਵਈਆ ਧਿਆਨ ਧਰੈ ਜਿਹ ਕਾਰਨ, ਸਾਧਕ ਸੋ ਜਗਿਆਸ ਹੈ ਮੋਖ ਪਛਾਨੋ। ਧਿਆਨ ਧਰੈ ਜਿਹ ਕਾਰਨ, ਸਾਧਕ ਸੋ ਜਗਿਆਸ ਹੈ ਮੋਖ ਪਛਾਨੋ। ਇਸ ਪ੍ਰਕਾਰ ਕਹਿੰਦੇ ਜਿਹੜਾ ਭਾਈ ਧਿਆਨ ਧਰਨਾ ਹੈ ਨਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਤੇ ਇਹ ਜਾਣਨਾ ਜਿਵੇਂ ਮਹਾਰਾਜ ਨੇ ਕੱਲ ਆਖਿਆ ਸੀ, ਮੁਕਤ ਉਹ ਹੈ ਜਿਹੜਾ ਸਾਰੇ ਬੰਧਨਾਂ ਤੋਂ ਮੁਕਤ ਹੋ ਚੁੱਕਾ ਹੈ। ਮਮੋਖਸ਼ੂ, ਮਮੋਖੂ ਉਹ ਹੈ ਜਿਹੜਾ ਸੰਸਾਰ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਕੌਣ ਆ, ਸੰਸਾਰ ਕੀ ਹੈ, ਮੈਂ ਕਿੱਥੋਂ ਆਇਆ, ਕੀ ਕਰਨ ਆਇਆ, ਕਾਹਦੇ ਵਾਸਤੇ ਆਇਆ। ਇਹ ਮਮੋਖੂ ਹੈ, ਜਿਹਦੇ ਮਨ ਵਿੱਚ ਜਗਿਆਸੂ ਹੈ। ਕਹਿੰਦੇ ਜਿਹਦੇ ਮਨ ਵਿੱਚ ਇਹ ਇੱਛਾ ਹੈ, ਕਹਿੰਦੇ ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਨਾ ਹੈ ਨਾ, ਉਹ ਇਉਂ ਜਾਣੋ ਉਹੀ ਅਸਲੀ ਸਾਧਕ ਜਗਿਆਸੂ ਮਮੋਖਸ਼ੂ ਹੈ। ਕਾਮਨਾ ਪੁੰਜ ਬਿਨਾਸ਼ ਕਰੇ ਹੀ, ਸੋ ਤੁਮ ਸਾਧਕ ਅਮਲ ਸਿਰਾਨੋ। ਇਸ ਪ੍ਰਕਾਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰੇ ਤੇ ਮਨ ਵਿੱਚ ਇੱਛਾ ਨਾ ਕੋਈ ਰੱਖੇ, ਭਾਵ ਨਿਹਕਰਮੀ ਹੋਵੇ, ਨਿਸ਼ਕਾਮ ਕਰਮ ਕਰੇ। ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਜੇ ਆਪ ਕੋਈ ਇੱਛਾ ਰੱਖ ਕੇ ਕਾਰਜ ਕਰਦੇ ਹੋ ਨਾ, ਮਹਾਰਾਜ ਸੰਪੂਰਨਤਾ ਕਰ ਦੇਣਗੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨਾ, ਤੈਸੇ ਗੁਰ ਆਵਤ ਹੈ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ। ਬੜੇ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ, ਜੈਸੋ ਜੈਸੋ ਭਾਓ ਤੈਸੀ ਕਾਮਨਾ ਪੁਜਾਵਈ। ਜਿੱਦਾਂ ਜਿੱਦਾਂ ਦੀ ਭਾਵਨਾ ਮਨ ਵਿੱਚ ਹੋਵੇ ਪੂਰਨ ਹੁੰਦੀ, ਭਾਵੇਂ ਚੋਰੀ ਇੱਛਾ ਕਰ ਲਵੇ, ਕਿਉਂਕਿ ਉਹ ਤੇ ਦਾਤਾ, ਉਹਨੇ ਦੇਣਾ ਹੈ। ਸਾਧੂ ਆਪਣੀ ਇੱਛਾ ਕਰੇ, ਉਹਦਾ ਕੰਮ ਤੇ ਦੇਣਾ ਹੈ, ਉਹ ਦਾਤਾ ਹੈ ਦੁਨੀਆ ਦਾ। ਇਸੇ ਕਰਕੇ ਆਪਾਂ ਕਹਿੰਦੇ ਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਇਸ ਪ੍ਰਕਾਰ ਕਹਿੰਦੇ ਉਹਦਾ ਕੰਮ ਤੇ ਦੇਣਾ ਹੈ, ਉਹ ਦਾਤਾ ਹੈ। ਪਰ ਜਿਹੜਾ ਜਗਿਆਸੂ ਪੁਰਸ਼ ਹੈ ਨਾ, ਸਾਧੂ ਹੈ, ਸਾਧਨਾ ਕਰ ਰਿਹਾ, ਸਾਧ ਹੈ, ਸਾਧਕ ਹੈ, ਉਹ ਇੱਛਾਵਾਂ ਖਤਮ ਕਰ ਦੇਵੇ ਮਨ ਵਿੱਚੋਂ। ਕੇਵਲ ਸਾਚਾ ਨਾਮ ਮੇਰਾ ਆਧਾਰੋ, ਇਸ ਅਵਸਥਾ ਨਾਲ ਚੱਲ ਪਵੇ, ਨਿਸ਼ਕਰਮੀ ਬਣ ਜਾਵੇ, ਸਮੂਹ ਕਾਮਨਾਵਾਂ ਨੂੰ ਵਿਨਾਸ਼ ਕਰੇ। ਕਹਿੰਦੇ ਇਹੀ ਤੁਸੀਂ ਅਸਲੀ ਸਾਧਕ ਜਾਣ ਲੈਣਾ ਕਰੋ। ਜਾਂ ਇਉਂ ਕਹਿ ਲਓ ਵੀ ਜਦੋਂ ਉਹ ਜਿਵੇਂ ਜਿਵੇਂ ਨਾਮ ਜਪਦਾ ਜਾਂਦਾ ਹੈ ਨਾ, ਜਿਹੜੀ ਬੇਨਤੀ ਕਰ ਰਿਹਾ ਸਾਂ ਵੀ ਜੇ ਤਾਂ ਇੱਛਾ ਰੱਖ ਕੇ ਕਾਰਜ ਕਰੋਗੇ ਤੇ ਮਨ ਹੰਕਾਰੀ ਹੋਏਗਾ, ਮਨ ਵਿੱਚ ਹਉਮੈ ਆ ਜਾਏਗੀ। ਜੇ ਪ੍ਰਾਪਤ ਹੋ ਗਿਆ ਨਾ, ਆਪਾਂ ਕਹਿਣਾ ਲੈ ਵੀ ਪ੍ਰਮਾਤਮਾ ਨੇ ਤਾਂ ਮੇਰੀ ਸੁਣ ਲਈ, ਉਹ ਮੇਰੀ ਸੁਣਨ ਲੱਗ ਪਿਆ, ਮੇਰੇ ਨੇੜੇ ਹੋ ਤੇ ਜਾਂਦਾ ਹੈ, ਸੰਬੰਧ ਤੇ ਬਣਦਾ ਹੈ, ਪ੍ਰੀਤ ਤੇ ਪੈਂਦੀ ਜਾਂਦੀ ਹੈ, ਪ੍ਰੇਮ ਬਣਦਾ ਜਾਂਦਾ ਹੈ। ਪਰ ਕਿਤੇ ਨਾ ਕਿਤੇ ਮਨੁੱਖ ਵਿੱਚ ਹਉਮੈ ਨੂੰ ਪੱਠੇ ਪੈਂਦੇ ਨੇ, ਹਉਮੈ ਦਾ ਹੰਕਾਰ ਵੱਧਦਾ ਹੈ, ਹੰਕਾਰ ਵੱਧਦਾ ਹੈ, ਹਉਮੈ ਵੱਧਦੀ ਹੈ। ਇਸ ਪ੍ਰਕਾਰ ਕਹਿੰਦੇ ਕਾਮਨਾ ਰਹਿਤ ਹੋ ਕੇ ਜਦੋਂ ਉਹ ਆਪਣਾ ਕਾਰਜ ਕਰਦਾ ਹੈ ਨਾ, ਫਿਰ ਪਾਪ ਪੁੰਨ ਤੋਂ ਉੱਪਰ ਉੱਠ ਜਾਂਦਾ ਹੈ। ਇੱਕ ਅਵਸਥਾ ਐਸੀ ਬਣ ਜਾਂਦੀ ਹੈ ਜਦੋਂ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ
ਸਭ ਪੁਜਾਈਆਂ, ਸਭ ਇੱਛਾਵਾਂ ਮਿਟ ਜਾਂਦੀਆਂ ਨੇ। ਕਰਮਾਂ ਤੋਂ ਉੱਪਰ ਉੱਠ ਕੇ, ਪਾਪ ਪੁੰਨ ਤੋਂ ਉੱਪਰ ਉੱਠ ਕੇ ਕਹਿੰਦੇ ਕਰਮ ਜਾਣੋ ਕਿ ਉਹਦੇ ਬੀਤ ਗਏ, ਉਹ ਨਿਰਮਲ ਪੰਥ ਦਾ ਨਿਰਮਲ ਸਿੱਖ ਬਣ ਜਾਂਦਾ ਹੈ। ਮੂਰਤ ਸੂਰਤ ਬੰਦ ਧਰੀ ਜਿਨ, ਮੂੜਨ ਕੀ ਪ੍ਰਤੀਤ ਬਖਾਨੋ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ, ਉਹਦਾ ਨਿਰਮਲਾ ਸਿੱਖ ਬਣ ਜਾਂਦਾ ਹੈ। ਤੇ ਕਹਿੰਦੇ ਯਾਦ ਰੱਖੋ, ਜਿਹੜਾ ਮੂਰਤੀਆਂ ਦੀ ਮੂਰਤਾਂ ਨੂੰ ਸੂਰਤਾਂ ਨੂੰ ਚਿੱਤ ਵਿੱਚ ਧਿਆਨ ਧਰਦਾ ਹੈ, ਕਹਿੰਦੇ ਉਹ ਤੇ ਮੂਰਖਾਂ ਨੇ ਐਵੇਂ ਹੀ ਖੱਚਤ ਹੋਣ ਦਾ ਬਹਾਨਾ ਜਾਂ ਲੱਭ ਲਿਆ। ਉਹ ਮੂਰਖ ਐਵੇਂ ਕਹਿੰਦੇ ਪ੍ਰਤੀਤੀ ਭਰੋਸਾ ਕਰ ਬੈਠੇ ਨੇ, ਕਿਉਂਕਿ ਮੂਰਤ ਵੀ ਤਾਂ ਬੰਦੇ ਨਹੀਂ ਘੜੀ ਨਾ। ਇੱਕ ਪੱਥਰ ਹੈ, ਆਮ ਟੁਕੜਾ ਹੈ ਪੱਥਰ ਦਾ ਵੱਡਾ ਸਾਰਾ, ਉਹਨੂੰ ਘੜ ਘੜ ਕੇ ਮੂਰਤੀ ਬਣਾ ਛੱਡੀ, ਫਿਰ ਆਪ ਹੀ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਮਹਾਰਾਜ ਨੇ ਆਖਿਆ, ਜੋ ਪਾਥਰ ਕੋ ਕਹਤੇ ਦੇਵ। ਭਾਈ ਜਿਹੜੇ ਪੱਥਰਾਂ ਨੂੰ ਹੀ ਦੇਵਤੇ ਮੰਨੀ ਜਾਂਦੇ ਨੇ, ਕੋਈ ਬਹੁਤਾ ਲਾਭ ਥੋੜਾ ਉਹਨਾਂ ਨੂੰ ਪ੍ਰਾਪਤ ਹੁੰਦਾ। ਕਹਿੰਦੇ ਇਸ ਕਰਕੇ ਤਾਂ ਕਿ ਬਿਰਥਾ ਹੋਵੇ ਸੇਵ, ਉਹਨਾਂ ਦੀ ਘਾਲ ਕਮਾਈ ਤਾਂ ਵੇ ਵਿਅਰਥ ਚਲੀ ਜਾਂਦੀ, ਉਹ ਮੂਰਖ ਹਨ। ਮੇਰੋ ਸੋਈ ਜਨ ਸਿੱਖ ਸੁਸ਼ੀਲ ਹੈ, ਧਿਆਨ ਅਕਾਲ ਕੇ ਵਿੱਚ ਸਮਾਨੋ। ਸੋਈ ਕਹਿੰਦੇ ਮੇਰਾ ਸਿੱਖ ਜਿਹੜਾ ਹੈ, ਬਹੁਤਾ ਹੀ ਕਹਿੰਦੇ ਨਿਮਰੀ ਭੂਤ ਸਦੀਵ ਪਰਮ ਪਿਆਰ, ਨਿਮਰਤਾ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਗੁਣ ਨੇ ਸਿੱਖ ਧਾਰਨ ਕਰਦਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਦੋਹਰਾ ਅਧਿਕ ਧਿਆਨ ਹਰ ਨਾਮ ਨਿਤ, ਬਾਣੀ ਬਿਨੈ ਸੁਸ਼ੀਲ। ਵੇਖੋ ਹੁਣ ਮਹਾਰਾਜ ਨੇ ਸ਼ੰਕਾ ਨਿਰਵਿਰਤ ਕਰ ਦਿੱਤਾ ਨਾ, ਕਿ ਭਾਈ ਜਿਹੜਾ ਮੜੀਆਂ ਮਸਾਣੀਆਂ ਨੂੰ, ਕਬਰਾਂ ਨੂੰ, ਮੂਰਤਾਂ ਨੂੰ ਪੂਜਦਾ ਹੈ, ਉਹ ਐਵੇਂ ਜ਼ਿੰਦਗੀ ਖੱਚਤ ਕਰ ਰਿਹਾ। ਇਉਂ ਕਹਿੰਦੇ ਉਹ ਤੇ ਕਰ ਰਿਹਾ ਜਿਵੇਂ ਨਾ, ਉਹ ਕਹਿੰਦੇ ਜਦੋਂ ਪ੍ਰਾਪਤ ਕਰਨਾ ਸੀ ਮੱਖਣ ਤੇ ਰਿੜਕਣਾ ਸੀ ਦੁੱਧ ਨੂੰ, ਦਹੀਂ ਆਦਿਕ ਨੂੰ, ਤੇ ਰਿੜਕ ਕਿਹਨੂੰ ਬੈਠਾ, ਕਹਿੰਦੇ ਪਾਣੀ ਨੂੰ। ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਪਾਣੀ ਰਿੜਕੀ ਗਿਆ ਕਹਿੰਦੇ ਸਾਰੀ ਜ਼ਿੰਦਗੀ, ਤੇ ਚਾਹੁੰਦਾ ਮੱਖਣ ਹੈ। ਇਸ ਕਰਕੇ ਮਹਾਰਾਜ ਨੇ ਸ਼ੰਕਾ ਨਿਰਵਿਰਤ ਕੀਤਾ, ਕਹਿੰਦੇ ਮੂਰਤਾਂ ਪੂਜਣੀਆਂ ਤਾਂ ਭਾਈ ਪਾਣੀ ਬਰੋਲਣ ਦੇ ਸਮਾਨ ਹੈ, ਪਾਣੀ ਰਿੜਕਣ ਦੇ ਸਮਾਨ ਹੈ, ਉਹ ਸਾਕਤ ਹੋ ਜਾਂਦੇ ਨੇ। ਅੱਗੇ ਵੀ ਜ਼ਿਕਰ ਆਵੇਗਾ ਕਿ ਕੌਣ ਹੁੰਦੇ ਨੇ ਜਿਹੜੇ ਮੂਰਤਾਂ ਨੂੰ ਪੂਜਦੇ ਨੇ। ਤੇ ਹੁਣ ਮਹਾਰਾਜ ਨੇ ਸ਼ੰਕਾ ਨਿਰਵਿਰਤ ਕੀਤਾ, ਹੁਣ ਨਾਮ ਦੀ ਮਹਿਮਾ ਦੱਸਦੇ ਨੇ ਤੇ ਸਿੱਖ ਨੂੰ ਪ੍ਰਾਪਤ ਕੀ ਹੁੰਦਾ। ਕਹਿੰਦੇ ਜਿਹੜਾ ਹਰ ਸਮੇਂ ਬਹੁਤਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੋ ਕੇ ਧਿਆਨ ਨੂੰ ਧਾਰਦਾ, ਨਿਤਾ ਪ੍ਰਤੀ ਨਿਤਨੇਮ ਕਰਦਾ, ਹਰ ਨਾਮ ਨਿਤ, ਬਾਣੀ ਬਿਨੈ ਸੁਸ਼ੀਲ। ਕਹਿੰਦੇ ਉਹਦੀ ਬਾਣੀ ਨਿਮਰਤਾ ਵਾਲੀ ਹੋ ਜਾਂਦੀ, ਤੇ ਕਹਿੰਦੇ ਮਿੱਠੇ ਮਿੱਠੇ ਬੋਲ ਆਪਣੀ ਰਸਨਾ ਤੋਂ ਬੋਲਦਾ ਹੈ। ਸ਼ਸਤਰ ਸੂਰਾ ਧਿਆਨਵਾਨ, ਤਾਂ ਸਮ ਔਰ ਨਾਸ਼ੀਲ। ਦਇਆਵਾਨ ਸ਼ਸਤਰ ਸੂਰਾ ਦਇਆਵਾਨ, ਤਾਂ ਸਮ ਔਰ ਨਾਸ਼ੀਲ। ਕਹਿੰਦੇ ਉਹ ਹੁੰਦਾ ਤੇ ਭਾਵੇਂ ਸ਼ਸਤਰ ਧਾਰੀ ਹੈ, ਅੰਮ੍ਰਿਤ ਧਾਰੀ। ਹੁਣ ਜਿਹੜਾ ਸਿੰਘ ਹੈ ਉਹਨੂੰ ਆਪਾਂ ਸ਼ਸਤਰ ਧਾਰੀ ਕਹਿੰਦੇ ਨਾ, 5 ਕਕਾਰਾਂ ਦਾ ਧਾਰ ਨਹੀਂ। ਪਰ ਕਹਿੰਦੇ ਉਹ ਐਵੇਂ ਨਹੀਂ ਟੁੱਕ ਵੱਲ ਕਰਨੀ ਕਰ ਦਿੱਤਾ, ਜਿੱਥੇ ਦਿਲ ਕੀਤਾ ਸ਼ਸਤਰ ਕੱਢ ਲਿਆ ਤੇ ਐਵੇਂ ਹੀ ਵਾਰ ਕਰ ਦਿੱਤਾ, ਪ੍ਰਹਾਰ ਕਰ ਦਿੱਤਾ। ਨਹੀਂ ਨਹੀਂ, ਕਹਿੰਦੇ ਸ਼ਸਤਰ ਸੂਰਾ ਦਇਆਵਾਨ, ਜਿੱਥੇ ਮੇਰੇ ਸਿੱਖ ਕੁਲ ਸ਼ਸਤਰ ਨੇ ਭਾਈ ਗੁਰਮੁਖੋ ਸਤ ਸੰਗੀ ਜਣੋ, ਉੱਥੇ ਦਇਆ ਵੀ ਬੜੀ ਹੈ। ਦਇਆ ਦਾ ਆਲ ਘਰ ਨੇ ਸੱਚੇ ਪਾਤਸ਼ਾਹ ਜੀ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ, ਆਪਣੇ ਸਿੱਖ ਨੂੰ ਵੀ ਦਇਆ ਰੂਪ ਖਜ਼ਾਨਾ ਬਖਸ਼ ਦਿੰਦੇ ਨੇ, ਕਿਉਂਕਿ ਅਸਲ ਵਿੱਚ ਧਰਮੀ ਹੈ ਹੀ ਉਹ ਜਿਹਦੇ ਵਿੱਚ ਦਇਆ। ਦਇਆ ਤਾਂ ਮਹਾਰਾਜ ਨੇ ਮਾਂ ਆਖੀ ਹੈ, ਕਹਿੰਦੇ ਧਰਮ ਉਹਦਾ ਪੁੱਤਰ ਹੈ, ਦਇਆ ਮਾਂ ਹੈ। ਜਿਹਨੂੰ ਆਪਾਂ ਧਰਮੀ ਕਹਿੰਦੇ ਆ, ਇਹਦਾ ਮਤਲਬ ਕਿ ਪੈਦਾ ਕਿੱਥੋਂ ਹੋਇਆ? ਦਇਆ ਤੋਂ, ਕਿਉਂਕਿ ਦਇਆ ਮਾਂ ਹੈ। ਤੇ ਧਰਮੀ ਕਿਵੇਂ ਬਣ ਗਿਆ? ਦਇਆ ਉਹਦੀ ਮਾਂ ਹੈ, ਉਹਦਾ ਪੁੱਤਰ ਹੈ, ਦਇਆ ਦਾ ਪੁੱਤਰ ਹੈ ਧਰਮ। ਤਾਂ ਹੀ ਆਪਾਂ ਕਹਿੰਦੇ ਵੀ ਇਹਦੇ ਕੋਲ ਧਰਮ ਦੇ ਗੁਣ ਨੇ। ਧਰਮੀ ਧੌਲ ਧਰਮ, ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਹ ਦਇਆਵਾਨ ਵੀ ਹੁੰਦਾ, ਨਾਲ ਦੀ ਨਾਲ ਸ਼ੀਲ ਕਹਿੰਦੇ ਬੜਾ ਭਲੇ ਸੁਭਾਅ ਵਾਲਾ ਹੁੰਦਾ ਹੈ। ਏਕ ਸੰਭਾਲੈ ਨਾਮ ਕੋ, ਏਕ ਕਰੰਤਾ ਧਿਆਨ। ਇੱਕ ਤਾਂ ਫਿਰ ਕਹਿੰਦੇ ਨਾਮ ਨੂੰ ਸੰਭਾਲ, ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਧਰਦਾ ਹੈ।
ਤੇ ਕਹਿੰਦੇ ਇੱਕ ਕੀ ਕਰਦਾ ਹੈ, ਇੱਕ ਕਹਿੰਦੇ ਸਿਲਾ ਪੂਜ, ਭਾਵ ਪੱਥਰਾਂ ਨੂੰ ਪੂਜਦਾ ਹੈ। ਹੁਣ ਇੱਥੇ ਜ਼ਿਕਰ ਆ ਰਿਹਾ, ਜਿਵੇਂ ਦਾਸ ਨੇ ਜ਼ਿਕਰ ਕੀਤਾ, ਹੁਣ ਪਤਾ ਲੱਗੇਗਾ ਇਹ ਕੌਣ ਹੁੰਦੇ ਨੇ। ਕਹਿੰਦੇ ਹੈ ਇਹ ਤਿੰਨੋਂ ਹੀ ਭਗਤ ਨੇ, ਏਕ ਸੰਭਾਲੈ ਨਾਮ ਕੋ, ਇੱਕ ਕਰੰਤਾ ਧਿਆਨ, ਇੱਕ ਨਾਮ ਨੂੰ ਜਪਦਾ, ਇੱਕ ਧਿਆਨ ਇਕਾਗਰ ਰੱਖਦਾ ਹੈ। ਏਕ ਕਰੰਤਾ ਸਿਲਾ ਪੂਜ, ਤੀਨੋਂ ਭਗਤ ਪਛਾਨ। ਇੱਕ ਪੱਥਰਾਂ ਨੂੰ ਪੂਜਦਾ ਪਰ ਹੈ ਉਹ ਵੀ ਭਗਤ ਦੇ ਸਮਾਨ ਹੀ, ਉਹਨੂੰ ਪਹਿਚਾਨ ਲੈਣਾ ਕਰੋ। ਨਾਮ ਜਪਤ ਹੈ ਹਰ ਭਗਤ, ਧਿਆਨ ਧਰੈ ਸੁਖ ਗਿਆਨ। ਹਾਂ, ਕਹਿੰਦੇ ਜਿਹੜਾ ਨਾਮ ਜਪਦਾ ਹੈ ਨਾ ਭਾਈ, ਉਹਨੂੰ ਭਗਤ ਜਾਣ ਲੈਣਾ ਕਰੋ। ਉਹ ਸਤਿਗੁਰਾਂ ਜੀ ਦਾ ਭਗਤ ਹੈ, ਜਿਹਦੀ ਬਾਬਤ ਮਹਾਰਾਜ ਨੇ ਆਖਿਆ ਨਾ ਪ੍ਰਹਿਲਾਦ ਭਗਤ ਹੈ। ਮਹਾਰਾਜ ਕਹਿੰਦੇ ਜੇ ਨਾਮ ਜਪਣਾ ਭਾਈ, ਪ੍ਰਹਿਲਾਦ ਦੀ ਨਿਆਈ ਜਪੋ, ਧਰੂ ਦੀ ਨਿਆਈ ਜਪੋ। ਰਾਮ ਜਪੋ ਜੀਉ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਨੇ ਇਹ ਵੀ ਆਖਿਆ ਫਿਰ ਹਰ ਜੁਗ ਜੁਗ ਭਗਤ ਉਪਾਇਆ, ਪ੍ਰਹਿਲਾਦ ਭਗਤ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਜਿਸ ਮਾਲਕ ਨੂੰ ਸਿਮਰਿਆ, ਜਿਸ ਦੀ ਯਾਦ ਵਿੱਚ ਜੁੜਨਾ ਕੀਤਾ, ਉਹਨੇ ਅੰਤ ਵਿੱਚ ਛਡਾ ਦਿੱਤਾ। ਤੋ ਇਸ ਪ੍ਰਕਾਰ ਕਹਿੰਦੇ ਜਿਹੜਾ ਭਗਤ ਹੈ ਉਹ ਕੇਵਲ ਨਾਮ ਜਪਦਾ, ਤੇ ਜਿਹੜਾ ਕਹਿੰਦੇ ਧਿਆਨ ਧਰਦਾ ਹੈ ਉਹਨੂੰ ਗਿਆਨ ਹੋ ਜਾਂਦਾ ਹੈ, ਉਹ ਗਿਆਨੀ ਬਣ ਜਾਂਦਾ ਹੈ, ਸੁੱਖਾਂ ਦਾ ਗਿਆਨ ਹੋ ਜਾਂਦਾ ਹੈ। ਜਿਹੜਾ ਕਹਿੰਦੇ ਫਿਰ ਪੱਥਰਾਂ ਨੂੰ ਪੂਜਦਾ ਹੈ, ਸਿਲਾ ਪੂਜ ਤੇ ਤਾਮਸੀ, ਤੀਨੋਂ ਭਗਤ ਸੁਜਾਨ। ਉਹ ਕਹਿੰਦੇ ਤਾਮਸੀ ਹੁੰਦਾ ਹੈ। ਜਿਵੇਂ ਆਪ ਜਦੋਂ ਇਤਿਹਾਸ ਪੜ੍ਹੋ ਨਾ ਪੁਰਾਤਨ ਕਾਲ ਦਾ, ਕਈ ਬੜਾ ਬੜਾ ਲੰਬਾ ਉਹਨਾਂ ਨੇ ਤਪ ਕੀਤਾ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਬੈਠ ਕੇ। ਫਿਰ ਜ਼ਿਕਰ ਆਉਂਦਾ ਜੀ ਉਹ ਪ੍ਰਗਟ ਹੋਏ, ਉਹਨਾਂ ਨੇ ਵਰ ਦੇ ਦਿੱਤਾ। ਤੇ ਕਈ ਵਾਰ ਇਤਿਹਾਸ ਵਿੱਚ ਤੁਹਾਨੂੰ ਇਹੋ ਜਿਹਾ ਵੀ ਜ਼ਿਕਰ ਮਿਲੇਗਾ, ਉਹ ਕਈ ਵਾਰ ਇਹੋ ਜਿਹਾ ਵੀ ਧਿਆਨ ਲਾਉਂਦੇ ਨੇ, ਨਾਮ ਤਾਂ ਜਪਦੇ, ਮੂਰਤੀਆਂ ਦਾ ਧਿਆਨ ਧਰਦੇ ਵੀ ਮੈਂ ਉਹਦੇ ਤੋਂ ਬਦਲਾ ਲੈਣਾ ਸੀ, ਮੈਂ ਉਹਨੂੰ ਮਾਰਨਾ ਹੈ। ਉਹ ਕ੍ਰੋਧੀ ਹੁੰਦੇ ਨੇ। ਮਹਾਰਾਜ ਕਹਿੰਦੇ ਭਾਈ ਉਹ ਤਾਮਸੀ ਹੁੰਦੇ ਨੇ। ਤਿੰਨ ਮਹਾਰਾਜ ਨੇ ਆਖੇ ਨਾ, ਸੀ ਸਾਤਕੀ ਤੇ ਤਾਮਕੀ, ਰਜੋ ਤਮੋ ਸਤੋ। ਇਸ ਪ੍ਰਕਾਰ ਕਹਿੰਦੇ ਜਿਹੜੇ ਇਉਂ ਪੂਜਦੇ ਨੇ ਨਾ ਪੱਥਰਾਂ ਨੂੰ, ਇਹ ਤਾਮਸੀ ਭਗਤ ਹਨ। ਹਮਰੋ ਮਤ ਹੈ ਭਜਨ ਕੋ, ਧਿਆਨ ਜੁਗਤ ਰਹਿ ਰਾਸ। ਪਰ ਗੁਰੂ ਸਿੱਖੋ, ਜਿਹੜਾ ਸਾਡਾ ਅਸਲੀ ਧਰਮ ਹੈ ਨਾ, ਜੋ ਸਾਡਾ ਸਿਧਾਂਤ ਹੈ, ਉਹ ਤਾਂ ਨਾਮ ਦਾ ਅਭਿਆਸ ਕਰਨਾ ਹੈ, ਸੇਵਾ ਸਿਮਰਨ ਵਿੱਚ ਜੁੜਨਾ ਹੈ, ਭਜਨ ਬੰਦਗੀ ਕਰਨੀ, ਘਾਲ ਕਮਾਈ ਕਰਨੀ ਹੈ। ਇਹੀ ਜਿਹੜੀ ਜੁਗਤ ਹੈ ਨਾ, ਇਸ ਦੇ ਨਾਲ ਰਾਸ ਕਹਿੰਦੇ ਇਹ ਸਾਰਿਆਂ ਸੁੱਖਾਂ ਦੀ ਰਾਸ ਹੈ। ਇਉਂ ਹੀ ਰਹਿਣਾ ਕਰੋ। ਕਰਨੀ ਗੁਰ ਨਾਨਕ ਕਰੀ, ਵਰਤੀ ਗੁਰ ਕੁਲ ਭਾਸ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਅੱਜ ਤੱਕ ਕਹਿੰਦੇ ਜਿਵੇਂ ਵੀ ਕਰਨੀ ਕੀਤੀ ਨਾ, 10 ਪਾਤਸ਼ਾਹੀਆਂ ਵੀ ਫਿਰ ਉਵੇਂ ਜਿਵੇਂ ਹੀ ਕਰਦੇ ਰਹੇ ਨੇ, ਚੇਂਜ ਨਹੀਂ ਆਇਆ, ਬਦਲਾਵ ਨਹੀਂ ਆਇਆ। ਜੋ ਘਾਲ ਕਮਾਈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਰਕੇ ਵਿਖਾਈ, ਉਹੀ ਅਗਾਂਹ 10 ਗੁਰੂ ਸਾਹਿਬਾਨਾਂ ਨੇ ਕੀਤੀ। ਅੱਜ ਉਹੀ ਸਾਡੇ ਵਿੱਚ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ। ਕਲ ਯੁਗ ਧਰਮ ਹਰ ਨਾਮ ਅਤ, ਜਾਹੇ ਭਜੇ ਭਵ ਪਾਰ। ਕਹਿੰਦੇ ਕਲ ਯੁਗ ਵਿੱਚ ਨਾਮ ਜਪਣਾ ਹੀ ਬਹੁਤਾ ਅਤ ਹੈ, ਚੰਗਾ ਹੈ, ਜਿਸ ਦੇ ਨਾਲ ਭਵਜਲ ਰੂਪੀ ਸੰਸਾਰ ਤੋਂ ਪਾਰ ਹੋ ਜਾਵਾਂਗੇ। ਸੋ ਕਰਨੀ ਭਰਨੀ ਰਹਿਤ, ਸਿੱਖਨ ਕਰੀ ਸਮਾਰ। ਉਹ ਕਰਨੀ ਸਿੱਖਾਂ ਨੇ ਕੀਤੀ ਹੈ, ਜਿਹਦੇ ਨਾਲ ਲੇਖਾ ਜੋਖਾ ਨਹੀਂ ਹੁੰਦਾ। ਭਾਵ ਸੰਤਾਂ ਮਹਾਤਮਾਵਾਂ ਦੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਓਟ ਆਸਰਾ ਤੱਕ ਕੇ ਸੰਗਤ ਕੀਤੀ ਹੈ, ਜਿਹਦੇ ਨਾਲ ਲੇਖਾ ਨਹੀਂ ਹੁੰਦਾ। ਆਪਾਂ ਪੜ੍ਹਦੇ ਸੰਤਨ ਮੋਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਲੇਖਾ ਹੀ ਪਾੜ ਦਿੱਤਾ। ਤੇ ਹਿਸਾਬ ਕਿਤਾਬ ਕਾਹਦਾ? ਕਹਿੰਦੇ ਸਿੱਖ ਤਾਂ ਐਸੀ ਕਰਨੀ ਕਰੇ
ਇਹੋ ਜੀ ਕਰਨੀ ਹੀ ਸਿੱਖ ਕਰਦੇ ਨੇ ਤੇ ਸੰਭਾਲੀ ਹੋਈ ਹੈ। ਸਕਲ ਮੁਲਕ ਕੋ ਮੇਲੀਏ ਦਲ ਕੈ ਤੁਰਕਨ ਪੀਰ। ਭਾਈ ਤੁਸੀਂ ਛੱਡੋ ਇਹਨਾਂ ਮੂਰਤੀਆਂ ਮਾਰਤੀਆਂ ਨੂੰ ਪੂਜਣਾ, ਕਹਿੰਦੇ ਹੋ ਕਰੋ। ਆ ਜਿਹੜੇ ਮੁਲਕ ਦੇ ਵਿੱਚ ਦੁਸ਼ਟ ਲੋਕ ਨੇ ਨਾ, ਜ਼ੁਲਮ ਕਰਦੇ ਨੇ ਗਊ ਗਰੀਬ ਤੇ, ਜ਼ਾਲਮ ਨੇ, ਇਹਨਾਂ ਤੁਰਕਾਂ ਦੇ ਦਲਾਂ ਨੂੰ, ਟਿੱਡੀ ਦਲਾਂ ਨੂੰ ਕਹਿੰਦੇ ਨਾਸ਼ ਕਰ ਦੇਵੋ। ਤੇ ਖਾਲਸੇ ਨੂੰ ਕਹਿੰਦੇ ਇਹ ਖਾਲਸਾ ਜੀ ਤੁਸੀਂ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਖਾਲਸੇ ਵਿੱਚ ਰਲਾ ਲਵੋ, ਭਾਵ ਅੰਮ੍ਰਿਤ ਛਕਾ ਦੇਵੋ। ਹਮਰੋ ਆਵਨ ਭੂਮ ਪਰ ਸਮਝੋ ਸਿੱਖ ਤਤਬੀਰ। ਸਾਡੇ ਆਉਣ ਦਾ ਇਹੀ ਕਾਰਨ ਹੈ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕਰਦੇ, ਕਹਿੰਦੇ ਅਸੀਂ ਤਾਂ ਹੀ ਆਏ ਆ ਗਊ ਗਰੀਬ ਦੀ ਰੱਖਿਆ ਲਈ, ਜ਼ਾਲਮ ਦਾ ਨਾਸ਼ ਕਰਨ ਵਾਸਤੇ ਐ ਸਿੱਖੋ ਤਤਬੀਰ। ਛੇਤੀ ਨਾਲੇ ਕਾਰਜ ਕਰੋ, ਸਮਝ ਜਾਵੋ। ਬਾਣਾ ਕੇਸ ਮੁੰਡਾ ਤੁਰਕ ਕਾਸ਼ ਹਮਾਰਾ ਬਿਰਦ। ਬਾਣਾ ਕੇਸ ਕਹਿੰਦੇ ਬਾਣਾ ਧਾਰਨ ਕਰਕੇ ਰੱਖੋ। ਅੱਜ ਕੱਲ ਭੇਖ ਬਹੁਤਾ ਨਾ, ਕੁਝ ਸਮੇਂ ਲਈ ਜੇ ਤੇ ਮਹਾਰਾਜ ਕੋਲ ਆਉਣਾ ਤੇ ਬਾਣਾ ਪਾ ਕੇ ਨਿਕਲ ਪੈਣਾ, ਤੇ ਬਾਅਦ ਵਿੱਚ ਫਿਰ ਉਹੀ ਪੈਂਟਾਂ ਕਮੀਜ਼ਾਂ ਹੀ ਚੱਲਦੀਆਂ। ਪਰ ਨਹੀਂ, ਕਹਿੰਦੇ ਜਿਵੇਂ ਨਿਹੰਗ ਸਿੰਘ ਪਹਿਰਾ ਰੱਖਦੇ ਨਾ, ਤਿਆਰ ਬਰ ਤਿਆਰ ਹਰ ਸਮੇਂ ਹੀ। ਮਹਾਰਾਜ ਨੇ ਆਖਿਆ ਭਾਈ ਇਹ ਪ੍ਰੇਮ ਹੈ, ਇਹ ਬਾਣੇ ਨਾਲ ਪ੍ਰੇਮ ਦੀ ਨਿਸ਼ਾਨੀ ਹੈ ਕਿ ਇਹ ਬਾਣਾ ਸਤਿਗੁਰਾਂ ਦਾ ਹੈ। ਪ੍ਰੇਮ ਕਰਕੇ ਹਰ ਸਮੇਂ ਹੀ ਧਾਰਨ ਕਰਕੇ ਰੱਖਦੇ ਮਹਾਰਾਜ ਦੇ ਪਿਆਰੇ। ਇਹ ਨਹੀਂ ਵੀ ਜੇ ਚਾਲਾ ਪਾ ਦਿੱਤਾ ਘਰ ਨੂੰ ਤੇ ਹੋਰ ਬਾਣਾ, ਤੇ ਵਿਆਹ ਸ਼ਾਦੀ ਤੇ ਵੀ ਤੁਰ ਜਾਣਾ ਤੇ ਉੱਥੇ ਹੋਰ ਹੀ ਪੈਂਟ ਕੋਟ ਪਾ ਕੇ ਗੁਰੂ ਘਰ ਆਉਣਾ ਫਿਰ ਬਾਣੇ। ਨਹੀਂ ਨਹੀਂ, ਮਹਾਰਾਜ ਕਹਿੰਦੇ ਸਦਾ ਵਾਸਤੇ ਬਾਣਾ ਕੇਸ। ਜਿਵੇਂ ਕੇਸ ਕਤਲ ਨਹੀਂ ਕਰਾਉਣੇ, ਹਰ ਸਮੇਂ ਸਰੀਰ ਦੇ ਨਾਲ ਰਹਿਣੇ ਨੇ ਕੇਸ, ਕੇਸਾ ਧਾਰੀ ਹੋਣਾ ਹੈ, ਉਹ ਬਾਣਾ ਵੀ ਧਾਰ ਕੇ ਰੱਖਣਾ ਹੈ। ਕਹਿੰਦੇ ਜਿਹੜਾ ਮੁੰਡਾ ਹੈ ਨਾ ਉਹ ਤੇ ਤੁਰਕ ਦੀ ਨਿਆਈ ਹੈ, ਕੋਨਾ ਮੋਨਾ ਤਾਂ ਤੁਰਕ ਦੀ ਨਿਆਈ ਹੈ। ਕਾਸ਼ ਹਮਾਰਾ ਬਿਰਦ, ਕਹਿੰਦੇ ਕਸ਼ਹਿਰਾ ਵੀ ਧਾਰਨ ਕਰਕੇ ਰੱਖਣਾ। ਗੁਰਸਿੱਖੋ ਇਹ ਜਤ ਸਤ ਦੀ ਨਿਸ਼ਾਨੀ, ਸੀਲ ਜਾਤ ਕੀ ਕਸ਼ ਪਹਿਰ ਪਕੜਿਓ ਹਥਿਆਰਾ, ਇਹ ਸਾਡਾ ਬਿਰਦ ਨਿਯਮ ਹੈ। ਤੰਬਾ ਪਾਰਾ ਬਾਗ ਹਨ ਤੁਰਕ ਨਾ ਸ਼ੋਰੋ ਗਿਰਦ। ਉਹ ਜਿਹੜੇ ਤੁਰਕ ਤੰਬਾ ਭਾਵ ਹੈ ਤਾਂ ਪੁਰਸ਼ ਨੇ, ਪਰ ਸਲਵਾਰਾਂ ਦੀ ਨਿਆਈਆਂ ਪਾਈ ਫਿਰਦੇ ਨੇ। ਇਹੋ ਜਿਹਾ ਜਿਹੜਾ ਤਾਂਬਾ ਵਾਹਿਗੁਰੂ ਤੰਬਾ ਕਹਿੰਦੇ ਸਾਧ ਸੰਗਤ ਜੀ, ਉਹ ਜਿਹੜਾ ਤੁਰਕ ਪਾਉਂਦੇ ਨਹੀਂ, ਬੀਬੀਆਂ ਵਾਲਾ ਲਿਬਾਸ ਪਾਈ ਫਿਰਦੇ ਨੇ, ਹੈ ਪੁਰਖ ਨੇ ਪਰ ਸਲਵਾਰਾਂ ਵਾਲਾ ਲਿਬਾਸ ਧਾਰਨ ਕੀਤਾ। ਅਸਲ ਵਿੱਚ ਕਹਿੰਦੇ ਉਹ ਤੰਬਾ ਨਾ ਪਾਵੇ, ਉਹਦਾ ਤਿਆਗ ਕਰੇ। ਤੁਰਕ ਨਾ ਸ਼ੋਰੇ ਗਿਰਦ, ਕਹਿੰਦੇ ਜਿਹੜੀਆਂ ਬਾਂਗਾਂ ਦਿੰਦੇ ਨੇ ਉੱਚੀ ਉੱਚੀ, ਇਹ ਸਿੰਘਾਂ ਦਾ ਕੰਮ ਨਹੀਂ ਹੈ ਤੇ ਤੁਰਕਾਂ ਦਾ ਹੈ, ਇਹਨੂੰ ਬੰਦ ਕਰਨਾ ਕਰੋ। ਸੂਰ ਗਾਏ ਸੋ ਖਾਲਸਾ ਸੂਰ ਮਰਦਨੀ ਸਿੱਖ। ਕਹਿੰਦੇ ਜਿਹੜੇ ਸੂਰਮੇ ਆਪਣੇ ਆਪ ਨੂੰ ਕਹਾਉਂਦੇ ਨੇ, ਹੈ ਜ਼ੁਲਮ ਕਰਨ ਵਾਲੇ ਜ਼ਾਲਮ ਨੇ, ਆਪਣੇ ਆਪ ਨੂੰ ਕਹਿੰਦੇ ਸੂਰਮੇ ਸਮਝਦੇ ਨੇ, ਉਹਨਾਂ ਨੂੰ ਨਾਸ਼ ਕਰ ਦੇਵੋ। ਤੇ ਇਸ ਪ੍ਰਕਾਰ ਤੁਸੀਂ ਸਾਡੇ ਬੜੀ ਬਹਾਦਰ ਖਾਲਸਾ ਹੋ, ਸੂਰਮੇ ਹੋ। ਅਸਲ ਵਿੱਚ ਮਰਦਾਨਗੀ ਤੁਹਾਡੇ ਵਿੱਚ ਹੈ, ਤੁਸੀਂ ਇਹੋ ਜਿਹੇ ਸਿੱਖ ਹੋ। ਗੁਰ ਕਾ ਸਿੱਖ ਸੋ ਮਾਨੀਐ ਸਦਾ ਸੰਭਾਲੈ ਭਿਖ। ਮਹਾਰਾਜ ਨੇ ਨਾਲੇ ਵੀ ਆਖਿਆ, ਸਿੰਘੋ ਜਿੱਥੇ ਤੁਸੀਂ ਗਊ ਗਰੀਬ ਦੀ ਰੱਖਿਆ ਕਰਨੀ, ਸ਼ਸਤਰ ਧਾਰੀ ਹੋ, ਇਹੋ ਜਿਹੇ ਬਲੀ ਬਹਾਦਰ ਹੋ, ਗੁਣੀ ਗਿਆਨੀ ਹੋ, ਨਾਲ ਨਾਮ ਦੀ ਭਿਖ, ਨਾਮ ਦਾ ਹਰ ਸਮੇਂ ਮਹਾਰਾਜ ਦੇ ਅੱਗੇ ਅਰਦਾਸਾ ਸੋਧਣਾ ਹੈ, ਨਾਮ ਨੂੰ ਮੰਗਣਾ ਹੈ, ਨਾਮ ਦੀ ਜਾਚਨਾ ਕਰਨੀ ਹੈ, ਨਾਮ ਦੀ ਭਿਖ ਭਿਕਸ਼ਾ ਮੰਗਣੀ ਹੈ। ਕਾਲ ਬੁਰਾ ਅਤ ਬੁਰਾ ਸੀਤ ਬੁਰੀ ਰਾਂਡ ਕੀ ਪ੍ਰੀਤ। ਕਾਲ ਬੁਰਾ ਕਹਿੰਦੇ ਨਿਆਈ ਐਵੇਂ ਹੀ ਮੌਤ ਮਰ ਜਾਣਾ, ਤੇ ਕਹਿੰਦੇ ਉਹ ਬੁਰੀ ਮੌਤ ਹੈ ਕਾਲ ਬੁਰਾ। ਜੇ ਕਹਿੰਦੇ ਨਾ ਵੀ 100 ਸਾਲ ਜੀਆ ਹੋਤਾ, 2 ਸਾਲ ਜੀਆ ਹੋਤਾ, ਕੁਛ ਕਰਕੇ ਜੀਆ ਹੋਤਾ। ਕਹਿੰਦੇ ਭਾਵੇਂ 2 ਸਾਲ ਹੀ ਜਿਉਂਦਾ ਪਰ ਕੁਝ ਕਰਕੇ ਜਿਉਂਦਾ। 100 ਬਰਸ ਕਾ ਜੀਣਾ ਵੀ ਬੇਕਾਰ ਕਾ ਜੀਣਾ ਹੈ। 100 ਸਾਲ ਦਾ ਜਿਉਣਾ ਵੀ ਬੇਕਾਰ ਹੈ, ਧਰਿਗ ਹੈ। ਜੇ ਕਮਾਈ ਨਹੀਂ ਕੀਤੀ, ਉਹ 2 ਸਾਲ ਹੀ ਜਿਉਂਦਾ ਪਰ ਕੁਝ ਕਰਦਾ ਤੇ ਸਹੀ, ਕਿਸੇ ਵਾਸਤੇ ਪਰਉਪਕਾਰ ਤਾਂ ਕਰਦਾ। ਇਸ ਕਰਕੇ ਜਿਵੇਂ ਮਹਾਰਾਜ ਨੇ ਆਖਿਆ, ਗੁਰ ਸੇਵਾ ਤਪਾ ਸਿਰ ਤਪਸਾਰ। ਭਾਈ ਕਿਸੇ ਵਾਸਤੇ ਲੋੜ ਪੈਣ ਤੇ ਮਦਦ ਕਰ ਦਿੰਦਾ, ਪਰਉਪਕਾਰ। ਗੁਰੂ ਵੀ ਪਰਉਪਕਾਰੀ ਤੇ ਗੁਰੂ ਦਾ ਸਿੱਖ ਵੀ ਪਰਉਪਕਾਰ ਕਰਦਾ।
ਇਸ ਪ੍ਰਕਾਰ ਕਹਿੰਦੇ ਕੁਝ ਕਰਦਾ ਐਵੇਂ ਕਿਉਂ ਮਰ ਗਿਆ, ਉਹ ਭੈੜਾ ਮਰਨਾ ਹੈ। ਤੇ ਕਹਿੰਦੇ ਸੀਤ ਬਹੁਤਾ ਜਿਹੜਾ ਸੀਤ ਹੈ ਨਾ, ਭਾਵ ਸਰਦੀ ਵਾਲਾ, ਉਹ ਵੀ ਕਹਿੰਦੇ ਬੁਰਾ ਹੈ। ਤੇ ਕਹਿੰਦੇ ਬੁਰੀ ਰਾਂਡ ਕੀ ਪ੍ਰੀਤ, ਆਪਣੀ ਇਸਤਰੀ ਨੂੰ ਤਿਆਗ ਕੇ ਪਰ ਨਾਰੀ ਵੱਲ ਬਹੁਤਾ ਮੋਹ ਧਾਰਨਾ, ਵੇਸ਼ਵਾ ਦਾ ਮੋਹ ਧਾਰਨਾ ਵੀ ਬੁਰਾ ਹੈ। ਬੁਰੀ ਵਡਾਈ ਆਪਣੀ ਬੁਰੀ ਅਮਾਨੀ ਰੀਤ, ਆਪਣੀ ਵਡਿਆਈ ਆਪ ਹੀ ਕਰੀ ਜਾਣੀ। ਜਿਵੇਂ ਕੁਝ ਦਿਨ ਪਹਿਲਾਂ ਸਰਵਣ ਕੀਤਾ ਸੀ, ਕਈ ਆਪਣੇ ਆਪ ਦਾ ਜਨਾਉਂਦੇ ਨੇ, ਮੈਂ ਅੱਜ 1 ਵਜੇ ਉੱਠਿਆ, ਮੈਂ 3 ਵਜੇ ਉੱਠਦਾ, ਮੈਂ ਤੇ ਐ ਨਿਤਨੇਮ ਕਰਦਾ, ਇੰਨੀਆਂ ਬਾਣੀਆਂ ਪੜ੍ਹਦਾ। ਆਪਣੀ ਸੋਭਾ ਆਪ ਕਰਨੀ, ਕਹਿੰਦੇ ਭਾਈ ਇਹ ਵੀ ਬੁਰੀ ਹੈ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਸਿੱਖਾਂ ਤਾਈਂ ਉਪਦੇਸ਼ ਦੇ ਰਹੇ ਨੇ। ਕਹਿੰਦੇ ਸਿੱਖੋ ਇਹ ਵੀ ਨਹੀਂ ਚੰਗਾ, ਜੋਗ ਨਹੀਂ। ਬੁਰੀ ਅਮਾਨੀ ਰੀਤ, ਪਰਾਈ ਵਸਤੂ ਵੀ ਬੁਰੀ ਹੈ। ਜੇ ਕਿਸੇ ਤੋਂ ਕੋਈ ਉਧਾਰ ਲਿਆ ਹੈ, ਕਿਸੇ ਤੋਂ ਕੋਈ ਵਸਤੂ ਲਈ ਹੈ ਕੁਝ ਸਮੇਂ ਵਾਸਤੇ, ਉਸ ਸਮੇਂ ਦੇ ਅਧੀਨ ਰਹਿ ਕੇ ਵਾਪਸ ਕਰ ਦਿਓ, ਕਿਉਂਕਿ ਅਮਾਨਤ ਵਸਤੂ ਰੱਖਣੀ ਇਹ ਵੀ ਬੁਰੀ ਹੈ, ਜੋਗ ਨਹੀਂ ਅਜੋਗ ਹੈ। ਬੁਰਾ ਕਰਜ ਆਤ ਬੁਰੀ ਪ੍ਰੀਤ, ਸਭ ਸੋ ਭੇਦ ਨਾ ਦੇ। ਕਹਿੰਦੇ ਕਰਜ਼ਾ ਵੀ ਬੁਰਾ ਹੈ। ਕਿਸੇ ਤੋਂ ਉਧਾਰ ਲੈ ਕੇ ਜੇ ਮਨ ਵਿੱਚ ਬੇਈਮਾਨੀ ਆ ਗਈ ਨਾ ਵੀ ਦੇਣਾ ਨਹੀਂ, ਕਰਜ਼ਾ ਚੁੱਕ ਲਿਆ, ਉਹ ਵੀ ਮਾੜਾ ਹੈ, ਬੁਰਾ ਹੈ। ਅਤ ਬੁਰੀ ਪ੍ਰੀਤ, ਬਹੁਤਾ ਹੀ ਕਿਸੇ ਨਾਲ ਮੋਹ ਕਰ ਲੈਣਾ, ਆਪਣਾ ਆਪ ਭੁਲਾ ਕੇ ਕਿਸੇ ਨਾਲ ਜ਼ਿਆਦਾ ਮੋਹ ਕਰ ਲੈਣਾ, ਪ੍ਰੀਤ ਭਾਵ ਮੋਹ ਕਰ ਲੈਣਾ, ਉਹ ਵੀ ਕਹਿੰਦੇ ਮਾੜਾ ਹੈ। ਦੁਖੀ ਹੋਵੇਂਗਾ, ਆਪਣੇ ਆਪ ਨੂੰ ਛੱਡ ਕੇ ਜੇ ਹੋਰ ਬਾਹਰ ਕਿਤੇ ਮੋਹ ਪਾਵੇਂਗਾ ਤੇ ਤੈਨੂੰ ਤੜਫਣਾ ਪਏਗਾ। ਪਤਾ ਨਹੀਂ ਅਗਲੇ ਦਾ ਮਨ ਕਦੋਂ ਕਾਲਾ ਹੋ ਜਾਏ, ਅਗਲਾ ਛੱਡ ਕੇ ਤੁਰ ਜਾਏ, ਪਤਾ ਨਹੀਂ ਲੱਗਦਾ ਨਾ ਅੱਜ ਕੱਲ੍ਹ ਮਾਹੌਲ ਇੱਦਾਂ ਦਾ। ਕਹਿੰਦੇ ਇਸ ਕਰਕੇ ਮਹਾਰਾਜ ਨੇ ਵੇਖੋ ਕਿੱਡੇ ਸੁੰਦਰ ਬਚਨ ਕੀਤੇ। ਕਹਿੰਦੇ ਇਹ ਵੀ ਭਾਈ ਬੁਰਾ ਹੈ ਤੇ ਇਹ ਵੀ ਮਾੜਾ ਹੈ ਕਿ ਸਿੱਖ ਕਿਸੇ ਨੂੰ ਭੇਦ ਵੀ ਨਾ ਦੱਸੇ ਕਿ ਮੇਰੀ ਅਵਸਥਾ ਇੱਥੇ ਤੱਕ ਪਹੁੰਚ ਗਈ, ਮੈਂ ਇੰਨੇ ਵਜੇ ਉੱਠਦਾ, ਆਹ ਮੇਰਾ ਨਿਤਨੇਮ, ਮੈਂ ਆਹ ਕਰਦਾ, ਇਉਂ ਭੇਦ ਵੀ ਨਾ ਦਵੇ। ਭੇਦ ਵੀ ਦੱਸਣਾ ਮਾੜਾ। ਤੇ ਨਾ ਹੀ ਕਹਿੰਦੇ ਇਹ ਦੱਸੇ ਕਿ ਮੇਰੇ ਕੋਲ ਇੰਨਾ ਧਨ ਹੈ, ਆਹ ਮੇਰੇ ਕੋਲ ਪਦਾਰਥ ਨੇ, ਇੰਨਾ ਘਰ-ਬਾਰ ਹੈ, ਕਿਉਂਕਿ ਇਹ ਨਾ ਹੋਵੇ ਕਿ ਰਾਹ ਜਾਂਦੇ ਨੂੰ ਹੀ ਕੋਈ ਲੁੱਟਣ ਲਈ ਪੈ ਜਾਏ। ਇਸ ਕਰਕੇ ਬਹੁਤਾ ਭੇਦ ਦੇਣਾ ਵੀ ਯੋਗ ਨਹੀਂ ਹੈ। ਯਾ ਵਿਦ ਵਰਤੇ ਜਗਤ ਮੈਂ ਇਸ਼ਟ ਘਟੀ ਨਹਿ ਲੇ। ਕਹਿੰਦੇ ਗੁਰੂ ਦਾ ਸਿੱਖ ਜਗਤ ਵਿੱਚ ਇਉਂ ਵਰਤੇ, ਇਉਂ ਵਿਚਰੇ ਕਿ ਦੀਨ ਦੁਨੀਆ ਦੇ ਮਾਲਕ ਦਾ ਸਤਕਾਰ ਨਾ ਘਟੇ, ਆਪਣੇ ਇਸ਼ਟ ਦਾ ਮਾਨ ਸਮਾਨ ਵਧਾਵੇ। ਲੋਕ ਇਹ ਵੇਖ ਕੇ ਕਹਿਣ ਵੀ ਮੈਂ ਇਹਦੇ ਵਰਗਾ ਗੁਰਸਿੱਖ ਬਣਨਾ ਹੈ, ਮੈਂ ਇਹਦੇ ਵਰਗਾ ਜੀਵਨ ਬਣਾਉਣਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੋਲ ਮਾਡਲ। ਮੈਂ ਇਹਦੇ ਵਰਗਾ ਬਣਨਾ ਹੈ, ਮੈਂ ਇਹਦੇ ਵਾਂਗੂ ਬਾਣਾ ਪਾਉਣਾ ਹੈ, ਇਹਦੇ ਵਾਂਗੂ ਬੋਲ ਬੋਲਣੇ। ਤੇ ਅੱਜ ਕੱਲ੍ਹ ਕੀ ਕਰਦੇ ਲੋਕ ਪਤਾ ਕਰਦੇ, ਜਿਹੋ ਜਿਹਾ ਫਲਾਣੇ ਗੀਤਕਾਰ ਨੇ ਵਾਲ ਬਣਾਏ ਉਹੋ ਜਿਹੇ ਮੈਂ ਬਣਾਉਂ, ਤੇ ਭੈਣਾ ਜਿਹੋ ਜਿਹੇ ਉਹਨੇ ਵਸਤਰ ਪਾਏ ਮੈਂ ਵੀ ਆਹ ਪਾਊਂ, ਮੈਂ ਤੇ ਇੰਨੇ 1000 ਵਾਲਾ ਲਿਆਊਂ। ਫੈਸ਼ਨਾਂ ਵਿੱਚ ਰੁੱਝ ਗਏ ਨਾ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਯੋਗ ਨਹੀਂ, ਇਹਦੇ ਨਾਲ ਫਰਕ ਪਵੇਗਾ। ਲੋਕ ਕਹਿਣਗੇ ਵੇਖੋ ਹੈ ਸਿੱਖ ਹੈ ਪਰ ਕਰਤੂਤਾਂ ਕਿਹੋ ਜਿਹੀਆਂ ਕਰਦਾ। ਇਹ ਨਹੀਂ ਕਰਨਾ, ਆਪਣੇ ਇਸ਼ਟ ਦਾ ਮਾਣ ਸਮਾਨ ਵਧਾਉਣਾ ਹੈ। ਲੋਕ ਵੇਖ ਕੇ ਕਹਿਣ ਮੈਂ ਵੀ ਅੰਮ੍ਰਿਤ ਛਕਣਾ ਹੈ, ਜਿਵੇਂ ਉਹਨੇ ਜੀਵਨ ਬਣਾਇਆ ਮੈਂ ਵੀ ਬਣਾਉਣਾ ਹੈ। ਜੇ ਬਹੁਤਾ ਮਨ ਡੋਲੇ ਨਾ ਤੇ ਕਿਸੇ ਨਾ ਕਿਸੇ ਮਹਾਂਪੁਰਖਾਂ ਦਾ ਜੀਵਨ ਪੜ੍ਹ ਲੈਣਾ ਚਾਹੀਦਾ। ਹੁੰਦਾ ਕੀ ਉਹਦੇ ਨਾਲ, ਜਿਹੜਾ ਢਹਿੰਦੀ ਕਲਾ ਵਿੱਚ ਮਨ ਹੁੰਦਾ ਉਹ ਚੜ੍ਹਦੀ ਕਲਾ ਵਿੱਚ ਹੋ ਜਾਂਦਾ। ਸਤਿਪੁਰਖਾਂ ਦੇ ਜੀਵਨ ਤੋਂ ਇਹ ਸੇਧ ਮਿਲਦੀ। ਬੜੇ ਮਹਾਂਪੁਰਖ ਗਿਆਨੀ ਧਿਆਨੀ ਹੋਏ ਨੇ, ਕੋਲ ਰੱਖਿਆ ਕਰੋ। ਅੱਜ ਕੱਲ੍ਹ ਤੇ ਇੰਟਰਨੈਟ ਦਾ ਸਾਧਨ ਹੈ, ਸਾਰਾ ਕੁਝ ਕੋਲ ਹੈ, ਬੜੇ ਤਰ੍ਹਾਂ ਦੇ ਸਾਧਨ ਨੇ, ਵਿੱਚ ਹੀ ਸਾਰਾ ਕੁਝ ਆ ਜਾਂਦਾ। ਸਾਖੀਆਂ ਪੜ੍ਹਦੇ ਰਹੋ, ਗੁਰੂ ਸਾਹਿਬ ਦਾ ਜੀਵਨ ਪੜ੍ਹੋ, ਕਿਸੇ ਗੁਰਮੁਖ ਦਾ। ਇਸ ਪ੍ਰਕਾਰ ਕਹਿੰਦੇ ਇੱਦਾਂ ਦਾ ਜੀਵਨ ਬਣਾਓ, ਆਪਣੇ ਇਸ਼ਟ ਦਾ ਮਾਣ ਸਮਾਨ ਘਟੇ ਨਾ, ਸਗੋਂ ਵੱਧ ਜਾਵੇ। ਵੈਦ ਨਾ ਕੀਜੈ ਮਿੱਤਰਤਾ, ਬੈਰੀ ਕਰੈ ਨਾ ਵੈਦ। ਕਹਿੰਦੇ ਜਿਹੜਾ ਵੈਦ ਹੁੰਦਾ ਹੈ ਨਾ, ਡਾਕਟਰ ਜਿਹਨੂੰ ਕਹਿੰਦੇ ਆ, ਉਹਦੇ ਨਾਲ ਬਹੁਤੀ ਮਿੱਤਰਤਾ ਨਾ ਕਰੇ, ਕਿਉਂਕਿ ਮਿੱਤਰਤਾ ਵਿੱਚ ਹੀ ਕਹਿੰਦੇ ਉਹਨੇ ਤੈਨੂੰ ਲੁੱਟਣਾ ਸ਼ੁਰੂ ਕਰ ਦੇਣਾ। ਜਿੱਥੇ ਨਹੀਂ ਵੀ ਨਾ ਲੋੜ, ਐਵੇਂ ਹੀ ਦਵਾਈ ਦੇ ਦੇਣੀ, ਉਹ ਖਾ ਤੇ ਸਹੀ ਠੀਕ ਹੋ ਜਾਏਗਾ, ਲਿਆ 20-40 ਜਿਹੜੇ ਦੇਣੇ ਦੇ ਦੇ। ਕਹਿੰਦੇ ਇਉਂ ਜਿਹੜਾ ਵੈਦ ਹੈ ਉਹਦੇ ਨਾਲ ਵੀ ਬਹੁਤੀ ਮਿੱਤਰਤਾ ਨਾ ਕਰੇ ਤੇ ਨਾ ਹੀ ਉਹਦੇ ਨਾਲ ਵੈਰ ਕਮਾਵੇ, ਕਿਉਂਕਿ ਪਤਾ ਫਿਰ ਉਹਨੇ ਸੂਈ ਵੀ ਲਾ ਦੇਣੀ ਹੈ, ਬੋਤਲ ਤੱਕ ਵੀ ਕੰਮ ਲਿਜਾ ਸਕਦਾ। ਇਸ ਕਰਕੇ
ਇਹੋ ਜਿਹਾ ਕੁਝ ਕਹਿੰਦੇ ਨਾ ਕਰੇ। ਵੈਦ ਦੇ ਨਾਲ ਨਾ ਹੀ ਮਿੱਤਰਤਾ ਕਰੇ, ਨਾ ਹੀ ਉਸ ਦੇ ਨਾਲ ਵੈਰ ਕਰੇ। ਜੋਤਿਸ਼ ਬਹੁਤਾ ਸੁਨੈ ਨਹਿ, ਪੂਛ ਨਾ ਗ੍ਰਹਿ ਕੀ ਕੈਦ। ਆ ਜਿਹੜੇ ਕਹਿੰਦੇ ਅੱਜ ਕੱਲ ਚੈਨਲਾਂ ਤੇ ਫੈਲੇ ਫਿਰਦੇ ਨੇ ਨਾ ਤਰ੍ਹਾਂ ਤਰ੍ਹਾਂ ਦੇ ਜੋਤਸ਼ੀ, ਅਸੀਂ ਜੀ ਆਹ ਮੰਤਰ ਦੇ ਦਿਆਂਗੇ, ਆਹ ਲੈ ਜਾਓ ਸਾਧਨ ਲੈ ਜਾਓ, ਇੰਨੇ ਹਜ਼ਾਰ ਦਾ ਇੰਨੇ ਹਜ਼ਾਰ ਦਾ ਦੱਸਦੇ ਫਿਰਦੇ ਨੇ ਜੋਤਿਸ਼ ਵਿਦਿਆ ਨੂੰ। ਕਹਿੰਦੇ ਉਹ ਵੀ ਨਾ ਬਹੁਤੀ ਸੁਣੇ, ਇਉਂ ਨਾ ਕਰਦਾ ਫਿਰੇ ਕਿ ਜਿਹੜੇ ਆ ਰਾਸ਼ੀਆਂ ਨੇ, ਮੇਰਾ ਰਾਹੂ ਕਿੱਥੇ, ਕੇਤੂ ਕਿੱਥੇ ਜੀ, ਆ ਸ਼ਨੀਚਰ ਦਾ ਮੇਰੇ ਤੇ ਸਾੜ ਸਤੀ ਤਾਂ ਨਹੀਂ ਕਿਤੇ ਸ਼ਨੀਚਰ ਦੀ, ਇਉਂ ਸ਼ਨੀ ਨੂੰ ਪੂਜਦਾ ਫਿਰੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਗ੍ਰਹਿਆਂ ਦੇ ਚੱਕਰਾਂ ਵਿੱਚ ਵੀ ਨਾ ਫਸੇ। ਜਿਹੜਾ ਸਿੱਖ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਮੰਨੇ। ਕਾਇਰ ਸਲਾਹੀ ਭਾਰ ਜਾ, ਕਾਰਜ ਫੋਕਾ ਹੋਏ। ਧਿਆਨ ਦੇ ਕਰਕੇ ਸਾਰੇ ਬਚਨ ਹਿਰਦੇ ਵਿੱਚ ਵਸਾਉਣੇ ਸਾਧ ਸੰਗਤ ਜੀ। ਕਹਿੰਦੇ ਜਿਹੜਾ ਕਾਇਰ ਬੰਦਾ ਨਾ, ਡਰਪੋਕ ਹੈ ਜਿਹੜਾ, ਕਦੀ ਵੀ ਉਹਦੀ ਸਲਾਹ ਨਹੀਂ ਲੈਣੀ ਚਾਹੀਦੀ। ਉਹ ਤੇ ਆਪ ਮਰਿਆ, ਡਰਦਾ ਹੈ, ਇਹ ਨਾ ਹੋਵੇ ਕਿਤੇ ਸਲਾਹ ਲੈਣ ਤੁਰ ਜਾਏ ਤੈਨੂੰ ਵੀ ਨਾਲ ਹੀ ਮਾਰ ਦਵੇ। ਕਹਿੰਦੇ ਡਰੋਕਲ ਤੋਂ ਕਦੀ ਸਲਾਹ ਨਹੀਂ ਲੈਣੀ। ਭਾਰ ਜਾ ਭਾਵ ਇਸਤਰੀ ਤੋਂ ਵੀ ਬਹੁਤੀ ਸਲਾਹ ਨਹੀਂ ਲੈਣੀ। ਇੱਥੇ ਸਾਧ ਸੰਗਤ ਜੀ ਸ਼ੰਕਾ ਨਹੀਂ ਕਰਨਾ ਭੈਣਾਂ ਨੇ। ਭਾਵ ਕਹਿਣ ਦਾ ਇਹ ਹੈ ਕਿ ਨਿਰਾਪੁਰਾ ਹੀ ਨਾ ਨਿਰਭਰ ਹੋਵੇ ਆਪਣੀ ਇਸਤਰੀ ਤੇ, ਕਿ ਬਿਲਕੁਲ ਹੀ ਜੋ ਉਹਨੇ ਕਹਿਤਾ ਉਹੀ ਨਹੀਂ। ਨਹੀਂ, ਕੁਝ ਆਪਣਾ ਵੀ ਦਿਮਾਗ ਹੁੰਦਾ ਹੈ ਨਾ ਬੰਦੇ ਦਾ, ਆਪਣਾ ਵੀ ਕੁਝ ਸੋਚ ਵਿਚਾਰ ਹੁੰਦੇ, ਉਹਨੂੰ ਵੀ ਵਿੱਚ ਵਰਤੇ। ਇਹ ਨਹੀਂ ਵੀ ਨਿਰਾਪੁਰਾ ਹੀ ਛੱਡ ਦੇਣਾ। ਇਸ ਪ੍ਰਕਾਰ ਕਹਿੰਦੇ ਨਹੀਂ ਤਾਂ ਫਿਰ ਜੇ ਇਹੋ ਜਿਹਾ ਕਾਰਜ ਕਰਨਾ, ਡਰੋਕਲਾਂ ਤੋਂ ਸਲਾਹਾਂ ਲੈਣੀਆਂ, ਬਿਲਕੁਲ ਹੀ ਨਿਰਾਪੁਰਾ ਇਸਤਰੀ ਤੇ ਹੋ ਜਾਣਾ ਵੀ ਸਲਾਹ ਜੋ ਕਹਿ ਦਿੱਤਾ ਉਹ, ਕਹਿੰਦੇ ਫਿਰ ਕਾਰਜ ਸਿਰੇ ਨਹੀਂ ਚੜੇਗਾ। ਕਹਿੰਦੇ ਸਗੋਂ ਕਾਰਜ ਜਿਹੜਾ ਹੈ ਨਾ ਉਹ ਤੇਰਾ ਫਲਦਾਇਕ ਨਹੀਂ ਹੋਵੇਗਾ। ਹੋਵੇਗਾ ਕੀ? ਕਹਿੰਦੇ ਨਾ ਕਾਮਯਾਬ ਹੋ ਜਾਵੇਗਾ। ਇਸ ਕਰਕੇ ਡਰੋਕਲਾਂ ਦੀ ਸਲਾਹ ਨਹੀਂ ਲੈਣੀ। ਸਲਾਹ ਕਿਹਦੀ ਲੈਣੀ ਅੱਗੇ ਦੱਸਦੇ ਹਨ। ਪੁੱਛੇ ਬਿਨ ਕਾਰਜ ਬੁਰਾ, ਬੁਰਾ ਪੁੱਛੈ ਨਹਿ ਕੋਇ। ਕਹਿੰਦੇ ਪੁੱਛੇ ਤੋਂ ਬਿਨਾ ਕੋਈ ਕਾਰਜ ਵੀ ਨਹੀਂ ਕਰਨਾ। ਕਿਸੇ ਸਿਆਣੇ ਦੀ ਸਲਾਹ ਲੈ ਲੈਣੀ। ਘਰ ਵਿੱਚ ਕੋਈ ਵੱਡਾ ਵਡੇਰਾ ਹੈ, ਮਾਤਾ ਵੱਡੀ ਹੈ ਇਸਤਰੀ ਹੈ ਭਾਵੇਂ, ਪਰ ਵੱਡੇ ਦੀ ਮਹਾਰਾਜ ਨੇ ਨਾਲ ਜ਼ਿਕਰ ਕੀਤਾ ਹੈ ਕਿ ਕਿਸੇ ਸਿਆਣੇ ਦੀ ਸਲਾਹ ਲੈਣੀ। ਘਰ ਵਿੱਚ ਜੇ ਮਾਤਾ ਹੈ, ਵੱਡੀ ਬਜ਼ੁਰਗ ਹੈ, ਉਹਦੀ ਸਲਾਹ ਲੈ ਲਵੇ। ਜੇ ਪਿਤਾ ਹੈ, ਬਜ਼ੁਰਗ ਹੈ, ਉਹਦੀ ਸਲਾਹ ਲਵੇ। ਦਾਦਾ ਕੋਈ ਪੜਦਾਦਾ, ਉਹਦੀ ਸਲਾਹ ਲਵੇ। ਭਾਵ ਜਾਂ ਕਿਸੇ ਵੀ ਹੋਰ ਸਿਆਣੇ ਸਮਝਦਾਰ ਦੀ ਸਲਾਹ ਲਵੇ। ਤੇ ਕਹਿੰਦੇ ਫਿਰ ਬੁਰਾ ਉਹ ਵੀ ਹੈ ਜਿਹਨੂੰ ਪਤਾ ਤਾਂ ਹੋਵੇ ਕਿ ਮੈਂ ਇਹਨੂੰ ਸਲਾਹ ਦੇਣੀ, ਕਿਉਂਕਿ ਆਪਾਂ ਕਹਿੰਦੇ ਆ ਨਾ ਵੀ ਬੰਦਾ ਹੀ ਬੰਦੇ ਦਾ ਦਾਰੂ, ਆਮ ਸ਼ਬਦ ਆਪਾਂ ਵਰਤਦੇ ਆ, ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ। ਇਸ ਪ੍ਰਕਾਰ ਕਹਿੰਦੇ ਜੇ ਉਹ ਫਿਰ ਸਲਾਹ ਦੇਣ ਦੇ ਯੋਗ ਹੋਵੇ, ਸਲਾਹ ਨਾ ਦਵੇ, ਉਹ ਵੀ ਮਾੜਾ ਹੈ। ਪਤਾ ਹੋਵੇ ਪਰ ਦੱਸੇ ਨਾ, ਉਹ ਵੀ ਕਹਿੰਦੇ ਬੁਰਾ ਹੈ। ਤੋਰਾ ਖਾਏ ਘਰ ਮੈਂ ਸੁਖੀ, ਲੋਭ ਤਿਆਗੈ ਜੋਏ। ਘਰ ਦੇ ਵਿੱਚ ਰਹਿ ਕੇ ਥੋੜਾ ਖਾ ਲਵੇ, ਲੋਭ ਨੂੰ ਤਿਆਗ ਦੇਵੇ। ਆਪ ਜੀ ਨੇ ਲੋਭ ਦੀ ਵਿਆਖਿਆ ਸੁਣੀ ਸੀ ਕਿ ਇੱਕ ਤਾਂ ਹੁੰਦੀ ਹੈ ਲੋੜ, ਲੋੜ ਤੋਂ ਵੱਧ ਕੇ ਲੋਭ, ਲੋਭ ਤੋਂ ਵੀ ਵੱਧ ਕੇ ਫਿਰ ਤ੍ਰਿਸ਼ਨਾ, ਜਿਹੜੀ ਫਿਰ ਉੱਕਾ ਹੀ ਨਹੀਂ, ਮਹਾਰਾਜ ਕਿਰਪਾ ਕਰਨ ਤੇ ਨਾਸ਼ ਹੁੰਦੀ ਨਹੀਂ, ਤੇ ਫਿਰ ਉੱਕਾ ਹੀ ਨਹੀਂ ਮੁੱਕਦੀ। ਇਸ ਕਰਕੇ ਕਹਿੰਦੇ ਲੋੜ ਹੈ ਨਾ, ਹੁਣ ਪ੍ਰਸ਼ਾਦੇ ਦੀ ਲੋੜ ਹੈ, ਕੱਪੜੇ ਵਸਤਰਾਂ ਦੀ ਲੋੜ ਹੈ, ਘਰ ਦੀ ਲੋੜ ਹੈ। ਤੇ ਜੇ ਹੁਣ ਬੰਦਾ ਲੋਭ ਵਿੱਚ ਆ ਕੇ ਕਵੇ ਨਹੀਂ ਮੈਂ ਤੇ ਹੋਟਲਾਂ 'ਚ ਜਾਣਾ ਰੋਜ਼ ਹੀ, 1500 ਫੂਕ ਕੇ ਆਉਣਾ, ਲਾ ਕੇ ਆਉਣਾ, ਤੇ ਨਾਲ ਇਹ ਕਵੇ ਵੀ ਮੈਨੂੰ ਤੇ ਬ੍ਰਾਂਡ ਕੱਪੜੇ ਚਾਹੀਦੇ, ਤਰ੍ਹਾਂ ਤਰ੍ਹਾਂ ਦੀਆਂ ਕੰਪਨੀਆਂ ਦੇ ਮੌਲਾਂ ਦੇ ਕੱਪੜੇ ਚਾਹੀਦੇ ਨੇ, ਜਾਂ ਫਿਰ ਇਹ ਕਵੇ ਮੈਨੂੰ ਤੇ ਬੰਗਲਾ ਚਾਹੀਦਾ, ਕੋਠੀਆਂ ਕਾਰਾਂ, ਮੈਂ ਨਹੀਂ ਇੱਥੇ ਰਹਿ ਸਕਦਾ 2 ਕਮਰਿਆਂ 'ਚ। ਨਹੀਂ, ਮਹਾਰਾਜ ਕਹਿੰਦੇ ਉਹ ਨਹੀਂ ਕਰਨਾ। ਇਹ ਨਹੀਂ ਜਿਵੇਂ ਆਪਾਂ ਆਮ ਕਹਿੰਦੇ ਜਿੰਨੀ ਚੱਦਰ ਓਨੇ ਪੈਰ ਪਸਾਰੇ। ਭਾਵ ਕਹਿਣ ਦਾ ਕਿ ਕਹਿੰਦੇ ਘਰ ਵਿੱਚ ਰਹਿ ਲਵੇ, ਇਹ ਨਾ ਹੋਵੇ ਕਰਜ਼ਾ ਚੜਾ ਲੈ ਸਿਰ ਤੇ। ਲੋਕਾਂ ਨੂੰ ਵਿਖਾਉਂਦੇ ਅੱਜ ਕੱਲ੍ਹ ਲੋਕ ਕਰ ਜਾਂਦੇ ਬੜਾ ਕੁਝ, ਕਰਜ਼ਾ ਚੁੱਕ ਲੈਂਦੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ, ਮੁੜ ਭਾਵੇਂ ਕਿਸ਼ਤਾਂ ਤਾਰਦੇ ਫਿਰਨ। ਪਰ ਕਹਿੰਦੇ ਮਹਾਰਾਜ ਨੇ ਮਨਾ ਕੀਤਾ। ਵੇਖੋ ਸਾਨੂੰ ਜੀਵਨ ਜਾਚ ਵੀ ਸਿਖਾ ਰਹੇ, ਇਹ ਸਿੱਖਿਆ ਦੇ ਰਹੇ, ਰਹਿਤ ਮਰਿਆਦਾ ਦੇ ਵੀ ਬਚਨ ਸਰਵਣ ਕਰ ਰਹੇ ਹੋ। ਕਹਿੰਦੇ ਇਹ ਕੁਝ ਨਾ ਕਰੇ। ਗੁਰਮੁਖ ਜਿਹੜਾ ਹੈ ਨਾ ਉਹ ਥੋੜਾ ਖਾਵੇ ਤੇ ਘੱਟ ਖਾ ਕੇ ਗੁਜ਼ਾਰਾ ਕਰ ਲਵੇ। ਰੁੱਖੀ ਮਿੱਸੀ ਖਾ ਕੇ ਮਹਾਰਾਜ ਦਾ ਸ਼ੁਕਰਾਨਾ ਕਰੇ, ਮਾਲਕਾ ਸ਼ੁਕਰ ਹੈ, ਤੇਰਾ ਧੰਨਵਾਦ ਹੈ। ਉਹ ਵੀ ਹੈ ਨੇ ਜਿਨ੍ਹਾਂ ਕੋਲ ਛੱਤ ਨਹੀਂ, ਪਾਉਣ ਲਈ ਕੱਪੜੇ ਨਹੀਂ, ਪਤਾ ਨਹੀਂ ਰੱਜ ਕੇ ਸੁਣਦੇ ਨੇ ਕਿ ਨਹੀਂ, ਪਰ ਤੇਰਾ ਲੱਖ
ਕੋਟਾਨ ਕੋਟ ਲੱਖ ਵਾਰ ਤੇਰਾ ਸ਼ੁਕਰ ਧੰਨਵਾਦ ਹੈ ਕਿ ਇੰਨੇ ਜੋਗਾ ਬਣਾਇਆ ਹੈ। ਧਨ ਕੋ ਮਨ ਕੋ ਸਪਨ ਕੋ ਆਪਣੋ ਕਰੈ ਨਾ ਕੋਇ। ਕਹਿੰਦੇ ਆਪਣਾ ਜਿੰਨਾ ਉਹਦੇ ਕੋਲ ਧਨ ਹੈ ਉਹਦਾ ਜ਼ਿਕਰ ਨਾ ਕਿਸੇ ਕੋਲ ਕਰੇ। ਜਿਵੇਂ ਪਹਿਲਾਂ ਵੀ ਆਖਿਆ ਹੈ ਨਾ ਹੋਵੇ ਰਸਤੇ 'ਚ ਜਾਂਦੇ ਨੂੰ ਲੁੱਟ ਲਵੇ ਕੋਈ। ਬਹੁਤਾ ਧਨ ਦਾ ਜ਼ਿਕਰ ਨਾ ਕਰੇ, ਮਨ ਦੇ ਵਿਚਾਰਾਂ ਨੂੰ ਬਹੁਤਾ ਨਾ ਬਿਆਨੇ, ਤੇ ਜਿਹੜਾ ਸੁਪਨਾ ਆ ਗਿਆ ਨਾ ਉਹਦਾ ਭਰਮ ਨਾ ਕਰੇ। ਕਿਉਂਕਿ ਕਈ ਵਾਰ ਸੁਪਨਾ ਕੋਈ ਇਹੋ ਜਿਹਾ ਆ ਜਾਂਦਾ ਹੈ, ਉਹ ਲੋਕ ਫਿਰ ਤਰ੍ਹਾਂ ਤਰ੍ਹਾਂ ਦੇ ਬਾਬਿਆਂ ਕੋਲ ਤੁਰ ਜਾਣਗੇ, ਜੀ ਮੈਨੂੰ ਤੇ ਆਹ ਸੁਪਨੇ ਆਉਂਦੇ, ਜੀ ਮੇਰੇ ਤੇ ਆਹ ਹੁੰਦਾ, ਜੀ ਮੈਨੂੰ ਦੱਸੋ ਕੁਝ, ਮੈਨੂੰ ਡਰ ਬੜਾ ਲੱਗਦਾ ਹੈ। ਕਹਿੰਦੇ ਇਹੋ ਜਿਹੇ ਭਰਮਾਂ ਭੁਲੇਖਿਆਂ ਤੋਂ ਵਰਜਿਤ ਹੋ ਕੇ ਰਹਿਣਾ, ਨਹੀਂ ਫਸਣਾ। ਕਿਉਂਕਿ ਮਹਾਰਾਜ ਨੇ ਆਖਿਆ ਭਰਮ ਭੇਖ ਤੇ ਰਹਿ ਨਿਆਰੋ ਨਿਆਰਾ, ਵਾਹਿਗੁਰੂ ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਐਸਾ ਖਾਲਸਾ ਗੁਰੂ ਹੀ ਖਾਲਸਾ ਫਿਰ ਬਣਦਾ ਹੈ ਜਿਹੜਾ ਭਰਮਾਂ ਭੇਖਾਂ ਤੋਂ ਰਹਿਤ ਹੈ। ਆਪਾਂ ਵੀ ਇਹਨਾਂ ਭਰਮਾਂ ਭੇਖਾਂ ਤੋਂ ਰਹਿਤ ਹੋਣਾ ਹੈ। ਸਲਲ ਸੇਵੀਐ ਪ੍ਰਾਤ ਉਠ ਸੀਤ ਮਾਂਝ ਤਪ ਆਗ। ਕਹਿੰਦੇ ਨਿਤਾ ਪ੍ਰਤੀ ਉੱਠ ਕੇ ਸਲਲ ਸੇਵੀ ਹੈ, ਭਾਵ ਠੰਡੇ ਜਲ ਨਾਲ ਇਸ਼ਨਾਨ ਕਰੇ। ਗੁਰੂ ਦਾ ਸਿੱਖ ਨਿਤਾ ਪ੍ਰਤੀ ਇਹ ਕਾਰਜ ਕਰੇ। ਨਹੀਂ ਤਾਂ ਫਿਰ ਜੇ ਸਰੀਰ ਅਰੋਗ ਹੈ ਜਾਂ ਸਰਦੀਆਂ ਦਾ ਸਮਾਂ ਨਹੀਂ ਚੱਲਦਾ ਸਰੀਰ, ਫਿਰ ਕਹਿੰਦੇ ਪਾਣੀ ਨੂੰ ਤਪਾ ਲਵੇ। ਸੀਤ ਮਾਂਝ ਤਪ ਆਗ, ਠੰਡੇ ਪਾਣੀ ਨੂੰ ਅੱਗ ਤੇ ਧਰ ਕੇ ਕੋਸਾ ਕਰ ਲਵੇ, ਗਰਮ ਕਰਕੇ ਇਸ਼ਨਾਨ ਕਰੇ। ਜਗੈ ਭੂਖ ਭੁਗਤੀ ਭਖੈ ਅੰਮ੍ਰਿਤ ਘਰ ਕਾ ਸਾਗ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰਨ ਆਵੈ। ਇਉਂ ਕਹਿੰਦੇ ਨਿਤਾ ਪ੍ਰਤੀ ਜਦੋਂ ਆਪਣਾ ਨਿਤਨੇਮ ਕਰੇ, ਰਹਿਤਵਾਨ ਜਿਹੜਾ ਰਹਿਤ ਨਿਭਾਉਣ ਤੋਂ ਬਾਅਦ ਐਵੇਂ ਨਹੀਂ ਬਸ ਸਮਾਂ ਰੱਖਿਆ ਤੇ ਚਾਰ ਚਾਰ ਪ੍ਰਸ਼ਾਦੇ ਛਕ ਜਾਣੇ, ਨਹੀਂ। ਕਹਿੰਦੇ ਜਗੈ ਭੂਖ ਭੁਗਤੀ ਭਖੈ, ਜਿੰਨੀ ਭੁੱਖ ਹੈ ਓਨਾ ਭੋਜਨ ਛਕੇ, ਅਚਮਣਾ ਕਰੇ। ਮਹਾਰਾਜ ਨੇ ਆਖਿਆ ਨਾ ਗੁਰਸਿੱਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ, ਇਹ ਗੁਰਸਿੱਖਾਂ ਦੀ ਰਹਿਣੀ ਬਹਿਣੀ ਹੈ। ਇਸ ਪ੍ਰਕਾਰ ਕਹਿੰਦੇ ਜਿੰਨਾ ਕੁ ਲੋੜ ਹੈ ਉਸ ਅਨੁਸਾਰ ਛਕੇ, ਜਾਂ ਫਿਰ ਜਦੋਂ ਭੁੱਖ ਲੱਗੇ ਉਦੋਂ ਛਕੇ। ਤੇ ਘਰ ਦਾ ਜਿਹੜਾ ਬਣਿਆ ਵਧੀਆ ਰਿੰਨਿਆ ਸਾਗ ਹੈ, ਅੰਮ੍ਰਿਤ ਘਰ ਕਾ ਸਾਗ, ਉਹਨੂੰ ਅੰਮ੍ਰਿਤ ਦੇ ਸਮਾਨ ਜਾਣ ਕੇ ਬਹੁਤਾ ਲੋਭ ਨਾ ਕਰਦੇ ਹੋਏ ਸਾਦਾ ਭੋਜਨ ਛਕ ਲਵੇ। ਪਰ ਸ਼ਸਤਰ ਪਰ ਘੋੜਕਾ ਪਰ ਨਾਰੀ ਪਰ ਗ੍ਰੇਹ। ਪਰਾਏ ਘੋੜੇ ਤੇ ਵੀ ਨਾ ਸਵਾਰ ਹੋ ਜਾਏ, ਕਿਉਂਕਿ ਜਿਹਦਾ ਘੋੜਾ ਉਹਨੇ ਪਤਾ ਨਹੀਂ ਕਿਹੋ ਜਿਹੇ ਚਾਲ ਬਾਲ ਆਪਣੇ ਘੋੜੇ ਨੂੰ ਸਿਖਾਈ ਹੈ। ਇਹ ਨਾ ਹੋਵੇ ਤੈਨੂੰ ਭੁੜਕ ਕੇ ਥੱਲੇ ਸੁੱਟ ਦਵੇ। ਘੋੜੇ ਬੜੇ ਚਾਲਬਾਜ਼ ਹੁੰਦੇ ਨੇ ਨਾ, ਸਿਖਾਇਆ ਹੁੰਦਾ ਜਿਵੇਂ ਮਾਲਕ ਨੇ। ਕਈ ਘੋੜੇ ਇਹੋ ਜਿਹੇ ਨੇ ਜਿਹੜੇ ਆਪਣੇ ਮਾਲਕ ਤੋਂ ਬਿਨਾਂ ਦੂਜੇ ਨੂੰ ਸਵਾਰੀ ਨਹੀਂ ਕਰਨ ਦਿੰਦੇ, ਇੱਦਾਂ ਦੇ ਘੋੜੇ। ਮਹਾਰਾਜ ਨੇ ਆਖਿਆ ਭਾਈ ਪਰ ਸ਼ਸਤਰ, ਪਰਾਏ ਸ਼ਸਤਰ ਨੂੰ ਵੀ ਨਾ ਧਾਰਨ ਕਰੇ। ਪਰ ਘੋੜਕਾ, ਪਰਾਏ ਘੋੜੇ, ਵਾਹਿਗੁਰੂ ਪਰ ਸ਼ਸਤਰ ਪਹਿਲਾਂ, ਕਿ ਪਰਾਏ ਸ਼ਸਤਰ ਨੂੰ ਵੀ ਨਾ ਵਰਤੇ। ਕਿਸੇ ਦਾ ਸ਼ਸਤਰ ਹੈ ਤੈਨੂੰ ਚਲਾਉਣਾ ਨਹੀਂ ਆਉਂਦਾ, ਐਵੇਂ ਫੜ ਕੇ ਲੱਗਾ ਰਵੇਂ, ਨਹੀਂ ਚਾਹੀਦਾ। ਤੇ ਘੋੜੇ ਦਾ ਵੀ ਕਹਿੰਦੇ ਤੂੰ ਸਵਾਰ ਨਾ ਹੋਵੀਂ। ਪਰ ਨਾਰੀ, ਪਰਾਈ ਇਸਤਰੀ ਤੋਂ ਵੀ ਗੁਰੇਜ ਕਰਨਾ ਹੈ। ਇਸ ਪ੍ਰਕਾਰ ਪਰ ਗ੍ਰੇਹ, ਇਹ ਨਹੀਂ ਵੀ ਜੇ ਕਿਸੇ ਨੇ ਕਹਿ ਦਿੱਤਾ ਸਤਿਕਾਰ ਨਾਲ ਵੀ ਭਾਈ ਮੇਰੇ ਘਰ ਆ ਜਾਵੀਂ, ਤੇ ਜਾ ਕੇ ਡੇਰਾ ਹੀ ਲਾ ਲੈਣਾ ਪੱਕਾ, 10-10 ਦਿਨ ਹਿੱਲਣਾ ਹੀ ਨਹੀਂ ਉੱਥੋਂ। ਕਹਿੰਦੇ ਇਉਂ ਵੀ ਨਹੀਂ ਕਰਨਾ। ਪਰਾਈ ਥਾਂ ਤੇ ਵੀ ਬਹੁਤਾ ਚਿਰ ਨਹੀਂ ਰਹਿਣਾ, ਹੋਇਆ 1 ਦਿਨ ਰੁਕ ਲਿਆ, 2 ਦਿਨ, ਬਹੁਤਾ ਨਹੀਂ। ਪਰ ਗ੍ਰਹਿ ਦਾ ਵੀ ਕਹਿੰਦੇ ਬਹੁਤਾ ਰੁਕਣਾ ਚੰਗਾ ਨਹੀਂ। ਪਰ ਧਨ ਪਰ ਮਨ ਦੇਸ਼ ਪਰ ਇਸ ਕੋ ਕਹਾ ਸਨੇਹ। ਪਰਾਏ ਧਨ ਨੂੰ ਵੀ ਕਹਿੰਦੇ ਬਹੁਤਾ ਮੋਹ ਨਾ ਕਰੀ, ਇਹਨਾਂ ਦਾ ਭਾਵ ਧਾਰਨ ਨਾ ਕਰੀ। ਪਰਾਇਆ ਧਨ ਵੇਖ ਕੇ ਜੇ ਤੈਨੂੰ ਕਿਤੋਂ ਪੈਸਾ ਲੱਭਦਾ ਨਾ, ਕਿਸੇ ਨੂੰ ਦੇ ਦੇ, ਸੇਵਾ ਵਿੱਚ ਲਾ ਦੇ, ਉਹ ਜ਼ਿਆਦਾ ਯੋਗ ਹੈ, ਫਲ ਪ੍ਰਾਪਤ ਹੋਵੇਗਾ। ਇਹ ਨਹੀਂ ਆਪਣਾ ਕਾਰਜ ਸਵਾਰ ਲੈਣਾ। ਪਰ ਮਨ, ਇਹ ਨਹੀਂ ਵੀ ਆਪਣਾ ਮਨ ਕਿਸੇ ਨੂੰ ਦੇ ਦੇਣਾ ਹੈ, ਭਾਵ ਕਿ ਪਰਾਇਆ ਮਨ, ਭਾਵ ਅਗਲੇ ਦਾ ਪਤਾ ਨਹੀਂ ਕਦੋਂ ਦਿਲ ਵਿੱਚ ਕਾਲਖ ਆ ਜਾਣੀ ਤੇ ਅਗਲੇ ਨੇ ਉਹ ਜਾਣਾ। ਇਹ ਨਾ ਹੋਵੇ ਤੈਨੂੰ ਲੁੱਟ ਲੁੱਟ ਕੇ ਅਗਲਾ ਗਾਂਹ ਜਾਵੇ। ਪਰ ਮਨ ਤੋਂ ਵੀ ਗੁਰੇਜ ਕਰਨਾ ਹੈ। ਤੇ ਕਹਿੰਦੇ ਇਸ ਕੋ ਕਹਾ ਸਨੇਹ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਨਾਲ ਕੀ ਪਿਆਰ ਕਰਨਾ ਹੈ ਭਾਈ, ਜਿਹੜੇ ਹੈ ਹੀ ਪਰਾਏ ਨੇ। ਸ਼ਸਤਰ ਵੀ ਕਿਸੇ ਦਾ, ਘੋੜਾ ਵੀ ਕਿਸੇ ਦਾ, ਇਸਤਰੀ ਕਿਸੇ ਦੀ, ਤੂੰ ਐਵੇਂ ਲੁਬਧ ਹੋਇਆ ਫਿਰਦਾ। ਇਸ ਕਰਕੇ ਕਹਿੰਦੇ
ਪਰਾਈ ਥਾਂ, ਪਰਾਇਆ ਧਨ, ਪਰਾਇਆ ਮਨ, ਇਹਨਾਂ ਦਾ ਭਾਈ ਕਾਹਦਾ ਮੋਹ। ਪ੍ਰੀਤ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਹੈ। ਧਰਨੀ ਧੇਨ ਸਵਰਨ ਆਸ, ਨਾਰੀ ਮੰਦਰ ਪਾਠ। ਧਰਨੀ ਭਾਵ ਧਰਤੀ ਦਾ ਦਾਨ, ਧੇਨ ਗਊ ਦਾ ਦਾਨ, ਸਵਰਨ ਸੋਨੇ ਦਾ ਦਾਨ, ਅਸ ਘੋੜੇ ਦਾ ਦਾਨ, ਨਾਰੀ ਭਾਵ ਇਸਤਰੀ ਦਾਨ, ਕੰਨਿਆ ਦਾਨ ਕਰਦੇ ਨੇ ਨਾ ਲੋਕ। ਮਹਾਰਾਜ ਵੀ ਬਚਨ ਕਰਦੇ ਨਾ ਗੁਰਬਾਣੀ ਵਿੱਚ, ਇਸ ਪ੍ਰਕਾਰ ਦਾ ਦਾਨ ਦਿੰਦੇ ਰਹਿਣਾ ਚਾਹੀਦਾ। ਬਹੁਤ ਸਾਨੂੰ ਮਹਾਰਾਜ ਸਿੱਖਿਆ ਦ੍ਰਿੜਾਉਂਦੇ ਨੇ, ਜੇ ਆਪਾਂ ਸਮਝੀਏ ਸਤਿਗੁਰਾਂ ਦੇ ਬਚਨ, ਬੜੇ ਪ੍ਰੇਮ ਨਾਲ ਸਮਝਾਉਂਦੇ। ਅਸ ਦਾਨ ਗਜ ਦਾਨ, ਸਿਹਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਇੱਦਾਂ ਦਾ ਦਾਨ ਨਿਤ ਕਰਨਾ ਚਾਹੀਦਾ। ਘੋੜੇ ਆਦਿਕ ਦਾਨ ਕਰਨਾ, ਕੰਨਿਆ ਦਾਨ ਕਰਨਾ ਬੜਾ ਵੱਡਾ ਦਾਨ ਮੰਨਿਆ। ਕਹਿੰਦੇ ਹੋਰ ਫਿਰ ਜਿਹੜਾ ਮੰਦਰ, ਕਿਸੇ ਨੂੰ ਘਰ ਬਣਾ ਦੇਣਾ, ਜਿਹਦੀ ਛੱਤ ਨਾ ਹੋਵੇ ਅਗਲੇ ਦਾ ਕੋਠਾ ਬਣਾ ਦੇਣਾ, 2 ਕਮਰੇ ਪਾ ਕੇ ਪਾਠ, ਜਾਂ ਫਿਰ ਕਿਸੇ ਨੂੰ ਸਤਿਗੁਰੂ ਜੀ ਦੇ ਬਾਣੀ ਦੀ, ਸਤਿਗੁਰਾਂ ਦੀ ਗੁਰਬਾਣੀ ਸਿਖਾ ਦੇਣੀ, ਪੜ੍ਹਾਉਣੀ ਸਿਖਾ ਦੇਣੀ, ਸੰਥਿਆ ਕਰਵਾ ਦੇਣੀ, ਸੰਥਿਆ ਪੜ੍ਹਾ ਦੇਣੀ। ਇਹੀ ਦਾਨ ਸਭ ਦਾਨ ਸਿਰ, ਅੰਨ ਸਭਨ ਤੇ ਸਾਠ। ਇਹਨਾਂ ਦਾਨਾਂ ਵਿੱਚੋਂ ਕਹਿੰਦੇ ਸ੍ਰੇਸ਼ਟ ਦਾਨ ਹੈ ਨਾਮ ਦਾਨ। ਕਿਸੇ ਨੂੰ ਪਾਠ ਦਾ ਬੋਧ ਕਰਾ ਦੇਣਾ, ਬਾਣੀ ਪੜ੍ਹਾਉਣੀ ਸਿਖਾ ਦੇਣੀ, ਤੇ ਅੰਨ ਦਾ ਦਾਨ ਕਰਨਾ ਭਾਵ ਕਿਸੇ ਨੂੰ ਰਿਜ਼ਕ ਦੇ ਦੇਣਾ, ਆਟੇ ਦੀ ਗੁੱਥੀ ਦੇ ਦੇਣੀ, ਲੈ ਭਾਈ ਜੇ ਨਹੀਂ ਘਰ ਵਿੱਚ ਅੰਨ ਤੇ ਲੈ ਛਕ ਲਵੀਂ। ਇਉਂ ਕਹਿੰਦੇ ਇਹ ਦਾਨ ਕਰਨਾ। ਇਹ ਕਹਿੰਦੇ ਇਹਨਾਂ ਦਾ ਫਲ 60 ਗੁਣਾ ਬਹੁਤਾ ਪ੍ਰਾਪਤ ਹੁੰਦਾ ਹੈ ਜੇ ਕੋਈ ਐਸਾ ਦਾਨ ਕਰ ਦੇਵੇ। ਨਾਮ ਜਪਤ ਸਭ ਪਾਠ ਤੇ, ਅੰਨ ਦਾਨ ਸਭ ਦਾਨ। ਜਿਹੜੇ ਆ ਦਾਨ ਦੱਸੇ ਨਾ, ਧਰਤੀ ਦਾ, ਗਊ ਦਾ, ਘੋੜੇ ਦਾ, ਇਸ ਪ੍ਰਕਾਰ ਸੋਨੇ ਦਾ, ਕੰਨਿਆ ਦਾਨ ਦਾ, ਘਰ ਬਣਾਉਣ ਦਾ, ਇਹਨਾਂ ਸਾਰਿਆਂ ਦਾਨਾਂ ਵਿੱਚੋਂ ਕਹਿੰਦੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਅੰਨ ਦਾਨ ਕਰਨ ਦਾ ਦਾਨ ਸਾਰਿਆਂ ਨਾਲੋਂ ਮਹਾਨ ਹੈ। ਸਭ ਜੂਨੀ ਤੇ ਅਧਿਕ ਨਰ, ਕਹਿਓ ਸਿੱਖ ਸੁਰ ਗਿਆਨ। 84 ਲੱਖ ਜੂਨਾਂ ਨੇ, ਇਹਨਾਂ ਜੂਨਾਂ ਵਿੱਚੋਂ ਸਾਰਿਆਂ ਨਾਲੋਂ ਸ੍ਰੇਸ਼ਟ ਜੂਨ ਕਹਿੰਦੇ ਮਨੁੱਖਾ ਦੇਹ ਹੈ। ਗੁਰਮੁਖੋ, ਆ ਜਿਹੜਾ ਸਰੀਰ ਪ੍ਰਾਪਤ ਹੋਇਆ, ਇਹ ਸਾਰਿਆਂ ਨਾਲੋਂ ਕਹਿੰਦੇ ਅਧਿਕ ਨਰ ਭਾਵ ਬਹੁਤੀ ਸ੍ਰੇਸ਼ਟ ਹੈ। ਕਹਿੰਦੇ ਇਉਂ ਜਾਣੋ ਵੀ ਕਹਿਓ ਸਿੱਖ ਸੁਰ ਗਿਆਨ। ਕਹਿੰਦੇ ਜਿਵੇਂ ਦੇਵਤਿਆਂ ਤੋਂ, ਗਿਆਨੀਆਂ ਤੋਂ ਸਿੱਖ ਸ੍ਰੇਸ਼ਟ ਨੇ। ਜਿਵੇਂ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ, ਗਿਆਨੀ ਤਾਂ ਬੋਲ ਕੇ ਸਟੇਜਾਂ ਤੇ ਸਮਾਂ ਲਾ ਕੇ ਗਾਂਹ ਚਲੇ ਜਾਂਦੇ, ਆਪ ਕਮਾਉਣਾ ਨਹੀਂ। ਸਾਡੇ ਵਰਗਿਆਂ ਨੇ ਸਿੱਖਿਆ ਦ੍ਰਿੜਾ ਦੇਣੀ। ਮਹਾਰਾਜ ਕਹਿੰਦੇ ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛੈ ਅਵਰ ਰਿਝਾਵੈ। ਪਹਿਲਾਂ ਆਪ ਕਮਾ, ਫਿਰ ਕਿਸੇ ਨੂੰ ਉਪਦੇਸ਼ ਦੇ। ਇਸ ਕਰਕੇ ਕਹਿੰਦੇ ਸਾਡੇ ਨਾਲ ਜਿਹੜੇ ਗਿਆਨੀ ਧਿਆਨੀ ਨੇ, ਉਹਨਾਂ ਨਾਲੋਂ ਵੀ ਸਾਡੇ ਵਰਗੇ ਕਹਿ ਕੂ ਕੇ ਗਾਂਹ ਚਲੇ ਜਾਂਦੇ। ਕਹਿੰਦੇ ਐਦਾਂ ਨਹੀਂ, ਉਹਨਾਂ ਨਾਲੋਂ ਵੀ ਸ੍ਰੇਸ਼ਟ ਸਿੱਖ ਨੇ। ਆਪ ਸਤਸੰਗੀ ਜਨ ਹੋ, ਜਿਨ੍ਹਾਂ ਕਰਕੇ ਸਾਡੇ ਵਰਗੇ ਮੂਰਖਾਂ ਦਾ ਭਲਾ ਹੁੰਦਾ ਹੈ। ਗਿਆਨੀ ਧਿਆਨੀ ਤਾਂ ਕਾਹਦੇ ਆ ਅਸੀਂ ਸਾਧ ਸੰਗਤ ਜੀ, ਸਾਡੇ ਵਰਗੇ ਮੂਰਖਾਂ ਦਾ ਵੀ ਕਹਿੰਦੇ ਭਲਾ ਹੋ ਜਾਂਦਾ ਜਦੋਂ ਆਪ ਸਿੱਖ ਬਹਿ ਕੇ ਹਾਜ਼ਰੀ ਭਰਦੇ ਹੋ, ਸੁਣਦੇ ਹੋ। ਮੇਘ ਸਰਬ ਕੋ ਆਸਰਾ, ਸਭ ਕੋ ਰਾਖੀ ਛਤਰ। ਕਹਿੰਦੇ ਜਿਵੇਂ ਬੱਦਲ ਹੁੰਦਾ ਹੈ ਨਾ, ਉਹ ਛਾਂ ਜੀ ਕਰ ਦਿੰਦਾ। ਗਰਮੀਆਂ ਵਿੱਚ ਜਦੋਂ ਬੱਦਲ ਆਉਂਦਾ ਨਾ, ਬੜਾ ਸਾਧ ਸੰਗਤ ਜੀ ਚੰਗਾ ਮਹਿਸੂਸ ਹੁੰਦਾ ਕਿ ਛਾਂ ਹੋ ਗਈ। ਕਹਿੰਦੇ ਉਹ ਜਿਵੇਂ ਆਸਰਾ ਬਣਦਾ ਨਾ, ਜਿਵੇਂ ਛਤਰ, ਮੀਂਹ ਪੈਂਦਾ ਹੋਵੇ ਤੇ ਛਤਰੀ ਲੈ ਲਵੇ, ਇਉਂ ਰਾਖੀ ਹੋ ਜਾਂਦੀ ਪਾਣੀ ਤੋਂ। ਇਸ ਪ੍ਰਕਾਰ ਕਹਿੰਦੇ ਜਦੋਂ ਇਹ ਜਿਹੜਾ ਬੱਦਲ ਹੈ ਨਾ, ਛਤਰ ਬਣ ਜਾਂਦਾ ਹੈ। ਘਰ ਕੀ ਰਾਖੀ ਨਾਰ ਜਿਉ, ਅੰਤ ਰੱਖ ਹਰ ਮਿੱਤਰ। ਤੇ ਕਹਿੰਦੇ ਘਰ ਦੀ ਜਿਹੜੀ ਰਾਖੀ ਹੈ ਉਹ ਇਸਤਰੀ ਜਿਵੇਂ ਕਰਦੀ ਹੈ, ਇਸ ਤਰ੍ਹਾਂ ਜਿਵੇਂ ਬੱਦਲ ਸਾਰਿਆਂ ਨੂੰ ਆਸਰਾ ਦੇ ਦਿੰਦਾ ਹੈ, ਘਰ ਦੀ ਇਸਤਰੀ, ਘਰ ਵਾਲੀ ਜਿਹਨੂੰ ਕਹਿੰਦੇ, ਘਰ ਦਾ ਸਾਰਾ ਉਹ ਖਿਆਲ ਰੱਖਦੀ, ਦੇਖਭਾਲ ਕਰਦੀ। ਇਉਂ ਹੀ ਕਹਿੰਦੇ ਅੰਤ ਨੂੰ ਰਾਖਾ ਬਣਨਾ ਤੇਰਾ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੇ। ਹਰੀ ਜਿਹੜਾ ਤੇਰਾ ਅਸਲ ਮਿੱਤਰ ਹੈ, ਉਸ ਨੇ ਤੇਰੀ ਸਹਾਇਤਾ ਕਰਨੀ, ਸਹਾਇਕ ਬਣਨਾ ਹੈ। ਬੁਰਾ ਮਰਨ ਜੀਵਨ ਬੁਰਾ ਕਰਨੇ ਬਿਨ ਕਿਹ ਕਾਮ। ਕਹਿੰਦੇ ਜੇ ਕੋਈ ਚੱਜ ਦਾ ਕਰਮ ਨਹੀਂ ਕਰਨਾ
ਤੇ ਕਹਿੰਦੇ ਬੁਰਾ ਮਰਨ, ਜਿਵੇਂ ਪਹਿਲਾਂ ਵੀ ਆਖਿਆ ਨਾ ਕਾਲ ਬੁਰਾ, ਵੀ ਮੌਤ ਅਜਾਈ ਮੌਤ ਮਰ ਜਾਣਾ, ਕੁਝ ਕਰਨਾ ਹੀ ਨਹੀਂ, ਐਵੇਂ ਹੀ ਜੀਵਨ ਗਵਾ ਕੇ ਮਰ ਜਾਣਾ, ਉਹ ਵੀ ਬੁਰਾ। ਤੇ ਕਹਿੰਦੇ ਜੇ ਜੀਵਨ ਵਿੱਚ ਕੁਝ ਕੀਤਾ ਨਾ ਤਾਂ ਵੀ ਬੁਰਾ। ਭਾਵ ਜੇ ਕੋਈ ਘਾਲ ਕਮਾਈ ਨਹੀਂ ਕੀਤੀ, ਮਹਾਰਾਜ ਕਹਿੰਦੇ ਨਾ ਭਾਈ ਜੇ ਤੂੰ ਬੀਜਣਾ ਹੈ ਨਾ ਤੇ ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜੰਮ ਸੀ ਸੇ ਘਰ ਭਾਗਟ ਦੇਖ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਡਰ ਕੇ ਕਰਮ ਕਰਿਆ ਕਰ, ਭਾਓ ਕਰਮ ਕਰ ਪ੍ਰੇਮ ਨਾਲ ਕਰਿਆ ਕਰ। ਬਾਬਾ ਮਾਇਆ ਸਾਥ ਨਾ ਹੋਏ, ਮਾਇਆ ਨੇ ਨਾਲ ਨਹੀਂ ਜਾਣਾ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ। ਇਸ ਕਰਕੇ ਕੰਮ ਉਹ ਕਰ, ਕਰਨੀ ਉਹ ਕਰ ਜਿਹੜੀ ਕਿਸੇ ਵਾਸਤੇ ਲਾਹੇਵੰਦ ਹੋਵੇ। ਐਵੇਂ ਹੀ ਜੀਣਾ ਮਰਨਾ ਕਹਿੰਦੇ ਉਹ ਬੁਰਾ ਹੁੰਦਾ ਹੈ। ਸ਼ਸਤਰਹੀਣ ਛਤਰੀ ਬੁਰਾ, ਅਨਪੜ ਦਿਜ ਬੇਰਾਨ। ਸ਼ਸਤਰਾਂ ਤੋਂ ਹੀਣਾ ਛਤਰੀ ਕਾਹਦਾ, ਜਿਹਦੇ ਕੋਲ ਸ਼ਸਤਰ ਨਹੀਂ ਉਹ ਛਤਰੀ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਜਿਹੜਾ ਪੰਡਿਤ ਆ ਨਾ, ਬ੍ਰਾਹਮਣ ਜਿਹਨੂੰ ਆਪਾਂ ਕਹਿੰਦੇ ਆ, ਉਹ ਅਨਪੜ੍ਹ ਕਾਹਦਾ, ਉਹ ਵੀ ਕਹਿੰਦੇ ਬੁਰਾ। ਜੇ ਉਹ ਪੜ੍ਹਿਆ ਲਿਖਿਆ ਨਹੀਂ, ਬ੍ਰਾਹਮਣ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ। ਅੱਜ ਵੀ ਤੁਸੀਂ ਪੰਜਾਬ ਤੋਂ ਬਾਹਰ ਕਿਤੇ ਜਾਓ ਨਾ, ਹਰੀਦਵਾਰ ਵੱਲ ਜਾਂ ਕਿਤੇ ਇਲਾਹਾਬਾਦ ਵੱਲ, ਬਹੁਤੇ ਬ੍ਰਾਹਮਣ ਤੁਹਾਨੂੰ ਮਿਲਣਗੇ ਜਿਹੜੇ ਬੜੇ ਵਿਦਵਾਨ ਨੇ। ਕਹਿੰਦੇ ਵਿਦਿਆ ਤੋਂ ਬਿਨਾ ਜਿਹੜਾ ਬ੍ਰਾਹਮਣ ਹੈ ਉਹ ਮਾੜਾ ਹੈ, ਤੇ ਸ਼ਸਤਰਾਂ ਤੋਂ ਬਿਨਾ ਛਤਰੀ ਮਾੜਾ ਹੈ। ਬੇਪਰ ਸ਼ਸਤਰ ਧਾਰੀ ਬੁਰਾ, ਬੁਰਾ ਬੇਪਰ ਮਮ ਸਿੰਘ। ਜੇ ਕੋਈ ਬ੍ਰਾਹਮਣ ਸ਼ਸਤਰ ਧਾਰਨ ਕਰ ਲਵੇ, ਸ਼ਸਤਰ ਧਾਰਨ ਕਰਕੇ ਐਵੇਂ ਹੀ ਪ੍ਰਹਾਰ ਕਰਦਾ ਫਿਰੇ, ਬਿਨਾ ਮਤਲਬ ਤੋਂ, ਬਿਨਾ ਕਿਸੇ ਕਾਰਨ ਤੋਂ, ਆਪਣੀ ਵਿਦਿਆ ਦੇ ਮਾਣ ਹੰਕਾਰ ਵਿੱਚ ਵੀ ਮੇਰੇ ਵਰਗਾ ਤੇ ਗਿਆਨੀ ਕੋਈ ਨਹੀਂ, ਤੂੰ ਕਿੱਥੋਂ ਆ ਗਿਆ ਗਿਆਨੀ, ਐਵੇਂ ਹੀ ਕਿਰਪਾਨ ਕੱਢ ਕੇ ਤੇ ਗੱਲ ਵੱਢ ਸੁੱਟੇ। ਨਹੀਂ ਨਹੀਂ, ਉਹ ਵੀ ਕਹਿੰਦੇ ਬੁਰਾ ਹੈ, ਮਾੜਾ ਹੈ। ਤੇ ਜੇ ਕੋਈ ਸਾਡਾ ਸਿੰਘ ਵਿਪਰਾਂ ਵਾਲੇ ਕੰਮ ਕਰੇ, ਜਿਵੇਂ ਮਹਾਰਾਜ ਨੇ ਆਖਿਆ ਸੀ ਨਾ ਵੀ ਭਾਈ ਮੇਰਾ ਜਿਹੜਾ ਖਾਲਸਾ ਹੈ ਉਹ ਤਾਂ ਵਿਪਰਾਂ ਵਾਲੇ ਕੰਮ ਨਹੀਂ ਕਰਦਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ, ਫਿਰ ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਜਿਹੜਾ ਸਿੱਖ ਹੈ ਨਾ ਮੇਰਾ, ਉਹ ਵਿਪਰ ਬਣ ਕੇ ਕੋਈ ਕੰਮ ਨਾ ਕਰੇ। ਜੇ ਬ੍ਰਾਹਮਣਾਂ ਵਾਲੇ ਕੰਮ ਕਰਦਾ ਤੇ ਬੁਰਾ ਹੈ। ਵੈਸ਼ ਪੜਾ ਸਭ ਤੇ ਬੁਰਾ, ਛਤਰੀ ਦੇਵੀ ਸਿੰਘ। ਤੇ ਕਹਿੰਦੇ ਵੈਸ਼ ਪੜਾ, ਕਹਿੰਦੇ ਜੇ ਵੈਸ਼ ਪੜ ਜਾਵੇ, ਜਿਵੇਂ ਆਮ ਕਹਿੰਦੇ ਸੀ ਨਾ ਵੀ ਭਾਈ ਬ੍ਰਾਹਮਣ ਹੀ ਵਿਦਿਆ ਲੈ ਸਕਦਾ, ਵੈਸ਼ ਨਹੀਂ ਪੜ ਸਕਦਾ। ਮਹਾਰਾਜ ਕਹਿੰਦੇ ਵੈਸ਼ ਪੜ ਜਾਵੇ ਕੋਈ ਮਾੜਾ ਨਹੀਂ, ਪਰ ਜੇ ਇੰਨਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਵੀ ਕਹਿੰਦੇ ਕਿਸੇ ਨੂੰ, ਮਹਾਰਾਜ ਆਪਾਂ ਬਚਨ ਪੜ੍ਹਦੇ ਸਤਿਗੁਰਾਂ ਦਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜੇ ਇਹੋ ਜਿਹਾ ਗੁਣ ਨਾ ਧਾਰਨ ਕੀਤਾ ਕਹਿੰਦੇ ਤਾਂ ਵੀ ਬੁਰਾ। ਵੈਸ਼ ਜਿਵੇਂ ਲੋਕ ਕਹਿੰਦੇ ਸੀ ਇਹ ਸ਼ੂਦਰ ਨੇ, ਵੈਸ਼ ਨੇ ਵਿਦਿਆ ਨਹੀਂ ਲੈ ਸਕਦੇ, ਮਹਾਰਾਜ ਕਹਿੰਦੇ ਲੈ ਕਿਉਂ ਨਹੀਂ ਸਕਦੇ, ਲੈ ਸਕਦੇ ਨੇ, ਪਰ ਫਾਇਦਾ ਹੋਵੇ, ਲਾਭ ਹੋਵੇ, ਅਗਾਂਹ ਪਰ ਉਪਕਾਰ ਕਰਨ, ਨਹੀਂ ਕਰਦੇ ਤਾਂ ਬੁਰਾ ਹੈ। ਇਹ ਨਹੀਂ ਵੀ ਇਹ ਲੈ ਹੀ ਨਹੀਂ ਸਕਦੇ, ਪੜ੍ਹ ਹੀ ਨਹੀਂ ਸਕਦੇ, ਨਹੀਂ ਨਹੀਂ, ਜੇ ਪਾਰੇ ਉਪਕਾਰ ਨਾ ਕਰਨ ਤਾਂ ਬੁਰੇ ਨੇ। ਤੇ ਛਤਰੀ ਜਿਹੜੇ ਨੇ ਉਹ ਦੇਵੀ ਨੂੰ ਪੂਜੀ ਜਾਣ, ਮੂਰਤਾਂ ਪੂਜੀ ਜਾਣ ਤਾਂ ਮਾੜੇ ਨੇ। ਹੈ ਸ਼ਸਤਰ ਧਾਰੀ ਖਾਲਸਾ, ਪਰ ਤੁਰਿਆ ਫਿਰੇ ਕਹਿੰਦੇ ਮੰਦਰਾਂ 'ਚ ਟੱਲ ਖੜਕਾਉਂਦਾ, ਦੇਵੀ ਪੂਜਾ ਕਰਦਾ ਫਿਰੇ, ਉਹ ਵੀ ਕਹਿੰਦੇ ਮਾੜਾ ਹੈ। ਸ਼ੂਦਰ ਪੜੈ ਵੇਦ ਬਾਕ, ਤਿਆਗੀ ਧਾਰੈ ਨਾਰ। ਖੱਤਰੀ ਬ੍ਰਾਹਮਣ ਸੂਦ ਵੈਸ, ਹੁਣ ਵੈਸ਼ਾਂ ਦਾ ਜ਼ਿਕਰ ਆ ਗਿਆ, ਹੁਣ ਸ਼ੂਦਰਾਂ ਦਾ। ਜਿਵੇਂ ਕਹਿੰਦੇ ਸੀ ਵੀ ਸ਼ੂਦਰ ਵੀ ਨਹੀਂ ਪੜ ਸਕਦੇ, ਮਹਾਰਾਜ ਕਹਿੰਦੇ ਪੜ ਸਕਦੇ ਨੇ। ਕਿਉਂ ਨਹੀਂ ਪੜ ਸਕਦੇ? ਵਿਦਿਆ ਪ੍ਰਾਪਤ ਕਰਕੇ ਜੇ ਇੰਨੀ ਵੀ ਅਕਲ ਨਾ ਆਈ, ਤਿਆਗੀ ਧਾਰੈ ਨਾਰ, ਭਾਵ ਜਿਸ ਇਸਤਰੀ ਨੂੰ ਧੁਰਕਾਰ ਦਿੱਤਾ ਹੈ ਕਿਸੇ ਨੇ, ਤਿਰਸਕਾਰ ਕਰ ਦਿੱਤਾ ਹੈ, ਭਾਵ ਤਿਆਗ ਦਿੱਤਾ ਹੈ, ਭਾਵ ਕਹਿਣ ਦਾ ਜਿਵੇਂ ਵੇਸ਼ਵਾ ਕਹਿ ਲਓ ਵੀ ਇੱਕ ਥਾਂ ਤੇ ਨਹੀਂ ਕਈ ਥਾਂ ਸੰਬੰਧ ਹੁੰਦੇ ਉਹਦੇ। ਕਹਿੰਦੇ ਜੇ ਕੋਈ ਸਿਆਣੇ ਪੁਰਸ਼ ਨੇ ਉਹਦਾ ਤਿਆਗ ਕਰ ਦਿੱਤਾ ਹੈ, ਤੇ ਜਿਹੜਾ ਸ਼ੂਦਰ ਹੈ ਉਹ ਇੰਨਾ ਗਿਆਨ ਲੈ ਕੇ ਫਿਰ ਉਸ ਵੇਸ਼ਵਾ ਦੇ ਨਾਲ ਸੰਬੰਧ ਕਰ ਲਵੇ, ਉਹ ਵੀ ਮਾੜਾ। ਭਾਵ ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਜੇ ਖੋਟੇ ਕਰਮ ਨਿਆ ਤਿਆਗੇ ਫਿਰ ਮਾੜਾ ਹੈ। ਸਿੱਖ ਜੋ ਤਿਆਗੈ ਸਿਦਕ ਕੋ, ਕਿਆ ਤਿਨ ਕੋ ਇਤਬਾਰ। ਸਿੱਖ ਜਿਹੜਾ ਉਹਦੇ ਪੱਲੇ ਜੇ ਸਿਦਕ ਨਾ ਰਿਹਾ, ਭਾਵ ਸਿੱਖੀ ਕੇਸਾਂ ਸਵਾਸਾਂ ਸੰਗ ਨਾ ਨਿਭਾ ਸਕਿਆ, ਡੋਲ ਗਿਆ,
ਕਹਿੰਦੇ ਉਹ ਵੀ ਭਾਈ ਫਿਰ ਬੁਰਾ ਹੈ। ਤੇ ਫਿਰ ਕਹਿੰਦੇ ਉਹਦਾ ਇਤਬਾਰ ਹੀ ਕਾਹਦਾ ਕਰਨਾ, ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਦਾ ਕਿਵੇਂ ਬਣ ਜਾਵੇਗਾ। ਮੰਤਰ ਤੰਤਰ ਕਾ ਬੁਰਾ ਸੰਗ ਪ੍ਰੇਤ ਸੇਵਨੀ ਨਾਰ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜੇ ਮੰਤਰ ਤੰਤਰ ਦਿੰਦੇ ਫਿਰਦੇ, ਧਾਗੇ ਤਵੀਤ ਕਰਕੇ ਫੂਕਾਂ ਜੀਆਂ ਮਾਰ ਕੇ ਲਾਚੀਆਂ ਫੜਾ ਦਿੰਦੇ, ਇਹ ਵੀ ਬੁਰੇ ਨੇ। ਤੇ ਜਿਹੜੀ ਇਸਤਰੀ ਪ੍ਰੇਤਾਂ ਨੂੰ ਭਾਵ ਭੂਤਾਂ ਦੀ ਪੂਜਾ ਕਰਦੀ ਫਿਰਦੀ, ਪ੍ਰੇਤਾਂ ਨੂੰ ਕਹਿੰਦੇ ਸੇਵਦੀ, ਉਹਦੀ ਸੇਵਾ ਵਿੱਚ ਰਹਿੰਦੀ ਹੈ, ਤੰਤਰ ਮੰਤਰ ਕਰਦੀ ਹੈ, ਟੋਟਕੇ ਕਰਦੀ, ਉਹ ਵੀ ਕਹਿੰਦੇ ਬੁਰੀ ਹੈ। ਬੁਰਾ ਬਾਲ ਸੁਰਾ ਪੀਤਾ ਰਹੀਏ ਆਪ ਸੰਭਾਰ। ਵੇਖੋ ਹੁਣ ਇੱਥੇ ਜ਼ਿਕਰ ਕੀਤਾ, ਕਹਿੰਦੇ ਜਨਮ ਹੋਇਆ, ਬਚਪਨ ਬੀਤਿਆ, ਜਵਾਨੀ ਆਈ। ਆਪਾਂ ਕਹਿੰਦੇ ਆ ਨਾ ਵੀ ਇਹਦਾ ਜੀਵਨ ਸੋਹਣਾ ਆਰੰਭ ਹੋ ਰਿਹਾ, ਸ਼ੁਰੂ ਹੋਇਆ ਭਾਈ। ਆਪਾਂ ਬਚਨ ਕਰ ਦਿੰਦੇ ਆ ਬਈ ਵੀ ਹੁਣ ਤਾਂ ਸਮਾਂ ਹੈ, ਜੇ ਹੁਣ ਬਚਪਨ ਤੋਂ ਹੀ ਜੁੜ ਗਿਆ ਅਗਾਂਹ ਫਿਰ ਇਹਨੂੰ ਸੁੱਖ ਪ੍ਰਾਪਤ ਹੋਣਗੇ, ਗਾਂਹ ਕੋਈ ਦਿੱਕਤ ਨਹੀਂ ਆਵੇਗੀ, ਮੁਸ਼ਕਲ ਨਹੀਂ ਆਵੇਗੀ। ਆਪਾਂ ਹੁਣ 5-7 ਮਿੰਟਾਂ 'ਚ ਹੀ ਸਮਾਪਤੀ ਕਰ ਦੇਣੀ, ਕਿਉਂਕਿ ਪ੍ਰਸੰਗ ਦੀ ਸਮਾਪਤੀ ਹੋਣ ਵਾਲੀ ਹੈ, ਤਾਂ ਫਿਰ ਬਹੁਤਾ ਸਮਾਂ ਨਾਲ ਲਾਉਂਦਿਆਂ ਸਮਾਪਤੀ ਕਰ ਦੇਣੀ। ਕਹਿੰਦੇ ਬੁਰਾ ਬਾਲ, ਜੇ ਕੋਈ ਕਹਿੰਦੇ ਬਾਲ ਬੱਚਾ ਹੀ ਕਹਿੰਦੇ ਸੁਰਾ ਪਾਣ ਭਾਵ ਠੇਕੇ ਜਾਂਦਾ, ਕਹਿੰਦੇ ਬੋਤਲਾਂ ਲਿਆ ਕੇ ਪੀਣੀਆਂ ਸ਼ੁਰੂ ਕਰ ਦਵੇ, ਉਹ ਵੀ ਕਹਿੰਦੇ ਮਾੜਾ ਮੰਨਿਆ ਜਾਂਦਾ ਹੈ। ਇਹਨਾਂ ਤੋਂ ਕਹਿੰਦੇ ਭਾਈ ਬਚਾ ਹੀ ਰੱਖੋ। ਕਿਹੜਾ ਗੱਭਰੂ ਜਵਾਨ ਜਿਹਾ ਕਹਿੰਦੇ ਐਵੇਂ ਅਜਾਈ ਜਿਹੜਾ ਸਮਾਂ ਬਰਬਾਦ ਕਰਨ ਲੱਗ ਪਿਆ, ਭਾਵ ਸਿੱਧੇ ਸ਼ਬਦਾਂ ਵਿੱਚ ਕਹੀਏ ਅੱਜ ਦੀ ਜਵਾਨੀ ਨਸ਼ਿਆਂ ਵਿੱਚ ਬਹੁਤੇ ਜਿਹੜੇ ਲੱਗੇ ਨੇ, ਕਹਿੰਦੇ ਭਾਈ ਇਹ ਬੁਰੇ ਨੇ, ਇਹਨਾਂ ਦਾ ਸੰਗ ਕਰਨਾ ਯੋਗ ਨਹੀਂ, ਆਪਣਾ ਆਪ ਸੰਭਾਲੋ, ਤੁਸੀਂ ਨਾ ਕਿਤੇ ਇਹਨਾਂ ਵਿੱਚ ਵੜ ਜਿਓ, ਇਹਨਾਂ ਤੋਂ ਦੂਰ ਹੀ ਰਹੋ। ਮੰਨਦੇ ਤੇ ਠੀਕ ਨੇ, ਨਹੀਂ ਤੇ ਫਿਰ ਆਪਣਾ ਆਪ ਬਚਾ ਕੇ ਰੱਖੋ। ਬਹੁਤਾ ਖਾਣਾ ਬਾਤ ਬਹੁਤਾ ਅਮਲ ਸੋ ਤਿਆਗ। ਫਿਰ ਉਹੀ ਗੱਲ ਗੁਰਸਿੱਖ, ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ। ਕਹਿੰਦੇ ਬਹੁਤਾ ਖਾਣਾ ਲੈ ਨਾ, ਉਹ ਤਾਂ ਮੂਲੋਂ ਹੀ ਮੁੱਢ ਤੋਂ ਹੀ ਤਿਆਗ ਦਵੇ। ਮੇਰਾ ਹੋਏ ਸੋ ਮਾਨ ਸੱਚ ਰਹਿਣੀ ਰਹੇ ਨਿਤ ਲਾਗ। ਜਿਹੜਾ ਮੇਰਾ ਬਣ ਕੇ ਰਹਿਣਾ ਚਾਹੁੰਦਾ, ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਇਸ ਪ੍ਰਕਾਰ ਦੀ ਰਹਿਣੀ ਵਿੱਚ ਰਹਿ ਕਰਕੇ ਰਹਿਤਵਾਨ ਬਣ ਕੇ ਨਿਤ ਕਹਿੰਦੇ ਚੱਲਦਾ ਰਵੇ, ਜੀਵਨ ਗੁਜ਼ਾਰੇ। ਇਸ ਪ੍ਰਕਾਰ ਪ੍ਰਭ ਸਤਿਗੁਰੂ ਸਿੱਖਣ ਦੇ ਉਪਦੇਸ਼। ਇਸ ਪ੍ਰਕਾਰ ਦੇ ਨਾਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਨੇ ਸਿੱਖਾਂ ਦੇ ਪ੍ਰਤ ਉਪਦੇਸ਼ ਦੇਣਾ ਕੀਤਾ ਹੈ। ਸੁਨ ਹੈ ਆਨ ਸੰਗਤ ਮਿਲੈ ਦਰਸਤ ਹਤ ਹੈ ਕਲੇਸ਼। ਕਹਿੰਦੇ ਬੜਿਆਂ ਨੇ ਆ ਕਰਕੇ ਸਤਿਗੁਰਾਂ ਦੇ ਅਮੋਲਕ ਵਿਚਾਰ ਸਰਵਣ ਕੀਤੇ ਨੇ, ਸੰਗਤੀ ਰੂਪ ਵਿੱਚ ਮਹਾਰਾਜ ਦੇ ਦਰਸ਼ਨ ਪਰਸੇ ਹਨ, ਆਪਣੇ ਮਨ ਦੇ ਦੁੱਖਾਂ ਵਿਗਣਾ ਕਲੇਸ਼ਾਂ ਨੂੰ ਹੱਥ ਹੈ ਨਾਸ਼ ਕਰ ਲਿਆ। ਲੈ ਬਾਹੁਲ ਗੁਰ ਪਾਸ ਤੇ ਨਵੇਂ ਸਿੰਘ ਧਰ ਕੇਸ। ਬੜਿਆਂ ਨੇ ਕਹਿੰਦੇ ਉਹ ਮਹਾਰਾਜ ਦੇ ਬਚਨ ਸੁਣ ਕੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ, ਕੇਸਾ ਧਾਰੀ ਬਣੇ, ਸ਼ਸਤਰ ਧਾਰੀ ਬਣੇ, ਸਿੰਘ ਸਜ ਗਏ। ਪਹਿਰ ਹੈ ਕਛ ਆਯੁਧ ਧਰੈ ਸਿਮਰੈ ਨਾਮ ਹਮੇਸ਼। ਕਸ਼ ਭਾਵ ਕਸ਼ਹਿਰਾ ਆਦਿਕ ਧਾਰਨ ਕੀਤਾ, ਉਹ ਪੰਜੇ ਕੱਕੇ ਮਹਾਰਾਜ ਨੇ ਜਿਹੜੇ ਬਖਸ਼ੇ, 5 ਕਕਾਰ, ਕੇਸ, ਕੰਘਾ, ਕੜਾ, ਕੁਸ਼ਾ, ਕਿਰਪਾਨ, ਇਹਨਾਂ ਨੂੰ ਧਾਰਨ ਕੀਤਾ ਹੈ। 5 ਕਕਾਰੀ ਹੋਏ ਨੇ, ਸ਼ਸਤਰ ਧਾਰੀ ਹੋਏ ਨੇ, ਤੇ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਤੇ ਸਿਮਰਨਾ ਹੈ। ਇਹ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਵੇਖੋ ਕਿੰਨੀਆਂ ਸੁੰਦਰ ਵਿਚਾਰਾਂ ਅੱਜ ਦੀਆਂ ਮਹਾਰਾਜ ਨੇ, ਕਿੱਡੀ ਕਿਰਪਾ ਰਹਿਮਤ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਨੇ, ਦਇਆ ਕੀਤੀ ਹੈ। ਕਹਿੰਦੇ ਸਭ ਤੋਂ ਪਹਿਲਾਂ ਜ਼ਿਕਰ ਆਇਆ ਮੂਰਤੀ ਪੂਜਾ ਦਾ, ਕਿ ਮੂਰਤੀ ਪੂਜਾ ਨਹੀਂ ਕਰਨੀ, ਇਹਨਾਂ ਦਾ ਖੰਡਨ ਕੀਤਾ ਹੈ। ਕਹਿੰਦੇ ਉਹੀ ਭਲਾ ਹੈ ਜਿਹੜਾ ਇੱਕ ਅਕਾਲ ਦਾ ਉਪਾਸ਼ਕ ਹੈ। ਧਿਆਨ ਧਰੋ ਤਹਿ ਕੋ ਜਗ ਮੈਂ ਜਹ ਕੋ ਮਤੋਜ ਸਭੈ ਜਗ ਛਾਇਓ। ਅਕਾਲ ਦਾ ਧਿਆਨ ਧਰਿਓ, ਸ਼ਸਤਰ ਧਾਰੀ ਹੋਵੇ, ਦਇਆਵਾਨ ਹੋਵੇ, ਨਿਮਰੀ ਭੂਤ ਸਦੀਵ ਪਰਮ ਪਿਆਰ। ਜੋ ਅਕਾਲ ਪੁਰਖ ਵਾਹਿਗੁਰੂ ਦੇ ਐਸੇ ਸ੍ਰੇਸ਼ਟ ਗੁਣ ਨੇ ਧਾਰਨ ਕਰੇ, ਨਿਮਰਤਾ ਰੱਖੇ, ਐਸੀ ਜਿਹੜੀ ਕਲਯੁਗ ਵਿੱਚ ਕਰਨੀ ਮਹਾਨ ਹੈ। ਇਸ ਪ੍ਰਕਾਰ ਕਹਿੰਦੇ ਉਹ ਤੰਬਾ ਜਿਹੜੇ ਮੁਸਲਮਾਨਾਂ ਦੇ, ਤੁਰਕਾਂ ਦੇ ਵਸਤਰ ਬੀਬੀਆਂ ਵਾਲੇ ਪਾਈ ਫਿਰਦੇ, ਉਹਨਾਂ ਦਾ ਤਿਆਗ ਕਰੇ ਭਾਈ। ਹਰ ਸਮੇਂ ਬਾਣੇ ਦਾ ਪਹਿਰਾ ਰੱਖੇ, ਪ੍ਰੇਮ ਕਰੇ ਗੁਰੂ ਦੇ ਬਾਣੇ ਨਾਲ, ਨਾਮ ਦੀ ਜਾਚਣਾ ਹਰ ਸਮੇਂ ਕਰਦਾ ਰਵੇ। ਅਜਾਈ ਜੀਵਨ ਗੁਜ਼ਾਰਨ ਨਾਲੋਂ, ਅਜਾਈ ਮਰਨ ਨਾਲੋਂ
ਧਰਮ ਦੀ ਖਾਤਰ ਮਰੇ, ਸ਼ਹੀਦ ਹੋ ਜਾਵੇ ਜਾਂ ਕਿਸੇ ਵਾਸਤੇ ਪਰਉਪਕਾਰ ਕਰੇ, ਇਉਂ ਜੀਵਨ ਗੁਜ਼ਾਰਨਾ ਯੋਗ ਹੈ। ਨਿਤਾ ਪ੍ਰਤੀ ਠੰਡੇ ਜਲ ਨਾਲ ਇਸ਼ਨਾਨ ਕਰੇ, ਨਹੀਂ ਤਾਂ ਫਿਰ ਸਰਦੀਆਂ ਵਿੱਚ ਜੇ ਨਹੀਂ ਸਰੀਰ ਸਹਿੰਦਾ ਜਾਂ ਅਰੋਗ ਹੈ ਤੇ ਤੱਤੇ ਪਾਣੀ ਨਾਲ ਗਰਮ ਜਲ ਨਾਲ ਇਸ਼ਨਾਨ ਕਰੇ, ਨਿਤਨੇਮ ਕਰੇ। ਕਹਿੰਦੇ ਪਰਾਇਆ ਜਿਹੜਾ ਕਿੰਨਾ ਕੁਝ ਦੱਸਿਆ, ਸ਼ਸਤਰ, ਘੋੜੇ, ਨਾਰੀਆਂ, ਗ੍ਰਹਿ, ਇਹਨਾਂ ਦਾ ਕਹਿੰਦੇ ਪਰਾਈ ਜਿਹੜੀ ਹੈ ਉਹਨਾਂ ਨੂੰ ਧਾਰਨ ਨਾ ਕਰੇ। ਇਹਨਾਂ ਤੋਂ ਇਲਾਵਾ ਧਰਤੀ, ਸੋਨਾ, ਘੋੜੇ ਆਦਿਕ ਦਾਨ ਜਿਹੜੇ ਕਰਦਾ ਹੈ, ਸਭ ਤੋਂ ਵੱਧ ਮਹਾਨਤਾ ਵੀ ਦੱਸੀ ਕਿ ਨਾਮ ਭਾਵ ਕਿਸੇ ਨੂੰ ਬਾਣੀ ਪੜ੍ਹਨੀ ਸਿਖਾਉਣੀ, ਇਹਨਾਂ ਦਾਨਾਂ ਦੇ ਕਰਨ ਨਾਲੋਂ 60 ਗੁਣਾ ਜ਼ਿਆਦਾ ਫਲ ਹੈ। ਕਿਸੇ ਨੂੰ ਗੁਰਬਾਣੀ ਸਿਖਾਉਣੀ ਤੇ ਅੰਨ ਦਾਨ ਕਰਨਾ ਭਾਵ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਰਾ ਜਿਹੜਾ ਗਿਆਨ ਹੈ ਨਾ ਭਾਈ ਧਾਰਨ ਕਰੋ। ਵਿਪਰਾਂ ਵਾਲੇ ਕੰਮ ਨਾ ਕਰੇ ਸਿੱਖ। ਸ਼ੂਦਰ ਪੜਿਆ ਮਾੜਾ ਨਹੀਂ, ਵੈਸ਼ ਪੜਿਆ ਮਾੜਾ ਨਹੀਂ, ਪਰ ਗਿਆਨੀ ਧਿਆਨੀ ਅਕਲਮੰਦ ਵਿਵੇਕ ਬੁੱਧੀ ਵਾਲਾ ਹੋਵੇ, ਚੰਗੇ ਢੰਗ ਨਾਲ ਚੱਲੇ। ਜਿਹੜੇ ਤਾਂ ਨਸ਼ਿਆਂ ਵਿੱਚ ਫਸੇ ਨੇ ਉਹਨਾਂ ਤੋਂ ਦੂਰ ਰਵੇ, ਆਪ ਨਸ਼ਾ ਨਾ ਕਰੇ। ਜੇ ਤਾਂ ਮੰਨਦਾ ਹੈ ਤੇ ਠੀਕ ਹੈ, ਨਹੀਂ ਤੇ ਫਿਰ ਆਪਣਾ ਆਪ ਸੰਭਾਲੇ। ਇਸ ਪ੍ਰਕਾਰ ਭਾਈ ਗੁਰਮੁਖੋ ਸਤਸੰਗੀ ਜਣੋ ਇਉਂ ਸਾਰੇ ਸੰਗਤੀ ਰੂਪ ਵਿੱਚ ਮਹਾਰਾਜ ਦੇ ਦਰਸ਼ਨ ਕਰਦੇ ਨੇ। ਜਿਵੇਂ ਆਪਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੇ ਦਰਸ਼ਨ ਪਰਸ ਰਹੇ। ਅਰਦਾਸ ਕਰੀਏ ਮਹਾਰਾਜ ਜੋ ਅੱਜ ਆਪ ਜੀ ਨੇ ਉਪਦੇਸ਼ ਦਿੱਤਾ ਹੈ ਅਸੀਂ ਵੀ ਆਪਣੇ ਜੀਵਨ ਵਿੱਚ ਵਸਾ ਲਈਏ, ਇਹੀ ਬੇਨਤੀ ਹੈ। ਬਹੁਤ ਬਹੁਤ ਧੰਨਵਾਦ ਹੈ ਆਪ ਸੰਗਤ ਦਾ, ਜਿੱਥੇ ਆ ਕਰਕੇ ਦਰਸ਼ਨ ਦਿੱਤੇ, ਹਾਜ਼ਰੀ ਭਰੀ, ਲਾਹਾ ਪ੍ਰਾਪਤ ਕੀਤਾ। ਜਿੱਥੇ ਆਪ ਆਉਂਦੇ ਹੋ ਹੋਰਾਂ ਨੂੰ ਵੀ ਪ੍ਰੇਰ ਕਰਕੇ ਲੈ ਕੇ ਆਇਆ ਕਰੋ। ਅੱਜ ਇੱਕ ਵਿਸ਼ੇਸ਼ ਕਰਕੇ ਜੋ ਬੇਨਤੀ ਕਰਨੀ, ਅੱਜ ਜਿੰਨਾ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਉਹ ਸੰਪੂਰਨ ਹੋ ਗਿਆ। ਕੱਲ੍ਹ ਤੋਂ ਹੁਣ ਆਪ ਜੀ ਨੂੰ ਹੋਰ ਗਿਆਨੀ ਸਿੰਘ ਕਥਾ ਸਰਵਣ ਕਰਾਉਣਗੇ। ਤਕਰੀਬਨ ਲਗਭਗ 1 ਮਹੀਨੇ ਦੇ ਲਗਭਗ ਸਮਾਂ ਹੋ ਗਿਆ ਹੈ, 1 ਮਹੀਨੇ ਦੇ ਨੇੜੇ। ਸੋ ਦਾਸ ਨੇ ਜਿੰਨਾ ਸਮਾਂ ਵੀ ਹਾਜ਼ਰੀ ਭਰੀ ਹੈ ਆਪ ਅਰਦਾਸ ਕਰਿਓ ਮਹਾਰਾਜ ਇਸੇ ਤਰ੍ਹਾਂ ਆਪਣੇ ਨਾਲ ਜੋੜੀ ਰੱਖਣ, ਨਾਮ ਦੀ ਦਾਤ ਬਖਸ਼ਿਸ਼ ਕਰਨ, ਸੇਵਾ ਅਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਨ, ਬਾਣੇ ਅਤੇ ਬਾਣੀ ਨਾਲ ਜੋੜੀ ਰੱਖਣ। ਸਵਾਸ ਸਵਾਸ ਆਪ ਸੰਗਤਾਂ ਦੇ ਚਰਨਾਂ 'ਤੇ ਨਮਸਕਾਰ, ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਹੈ। ਸੋ ਸਤਿਕਾਰਯੋਗ ਵੀਰਾਂ ਦਾ ਵੀ ਧੰਨਵਾਦ ਹੈ ਜੋ ਨਿਤਾ ਪ੍ਰਤੀ ਇੰਟਰਨੈਟ ਦੇ ਸਾਧਨ ਰਾਹੀਂ, ਇਸ ਮਾਧਿਅਮ ਰਾਹੀਂ ਮੀਡੀਆ ਦੇ ਜੋ ਲਾਈਵ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਆਪ ਲਾਹਾ ਪ੍ਰਾਪਤ ਕਰ ਸਕਦੇ ਹੋ। ਆ ਲਿਖਿਆ ਹੈ, ਨਾਮ ਵੀ ਲਿਖਿਆ ਹੈ ਜਿਸ ਚੈਨਲ ਦੇ ਉੱਤੇ ਚੱਲਦਾ ਹੈ। ਤੋ ਕੱਲ੍ਹ ਨੂੰ ਆਪ ਗਿਆਨੀ ਸਿੰਘ ਜੀ ਸਰਵਣ ਕਥਾ ਕਰਾਉਣਗੇ। ਸੋ ਦਾਸ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ। ਅਗਾਂਹ ਕਿਤੇ ਮਹਾਰਾਜ ਨੇ ਤਰਸ ਕੀਤਾ ਤੋ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਾਂਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਆਪ ਸੰਗਤ ਦਾ ਧੰਨਵਾਦ। ਸਾਰਿਆਂ ਨਾਲੋਂ ਸਭ ਤੋਂ ਵੱਧ ਧੰਨਵਾਦ ਮੇਰੇ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਰੇ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਵਾਸ ਸਵਾਸ ਰੋਮ ਰੋਮ ਕਰਕੇ ਸ਼ੁਕਰਾਨਾ ਧੰਨਵਾਦ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ ਜੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਲੈ ਪਾਹੁਲ ਗੁਰ ਪਾਸ ਤੇ ਨਵੇਂ ਸਿੰਘ ਤਰ ਕੇਸ, ਪਹਿਰਹਿ ਕਛ ਆਯੁਧ ਧਰੈ, ਸਿਮਰੈ ਨਾਮ ਹਮੇਸ਼। ਵਾਹਿਗੁਰੂ ਜੀ ਕਾ ਖਾਲਸਾ।